ਇੱਕ ਬਹੁਤ ਹੀ ਇਮਾਨਦਾਰ ਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ। ਸਾਬਕਾ ਸਰਪੰਚ ਕੁਲਵੰਤ ਸਿੰਘ ਧਾਲੀਵਾਲ ਜੀ। ਸਰਦਾਰ ਕੁਲਵੰਤ ਸਿੰਘ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕੀਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਪੰਚ ਕੁਲਵੰਤ ਸਿੰਘ ਧਾਲੀਵਾਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਤੇ ਭੋਗ 22 ਮਾਰਚ ਦਿਨ ਸ਼ੁੱਕਰਵਾਰ ਪਿੰਡ ਨਿਹਾਲ ਸਿੰਘ ਵਾਲਾ ਮੋਗਾ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸਰਪੰਚ ਕੁਲਵੰਤ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਹੈ। ਭਗਤ ਪਰਵਾਰ ਪਰੀਆਂ ਸ਼ਬਦ ਗਾਵਣਿਆ ਆਈਆਂ ਸ਼ਬਦ ਸਤਿਗੁਰੂ ਮੈਂ ਪਾਇਆ ਜੇ ਮਨ ਮੇਰੇ ਅਤ ਸਦਾ ਵਰਨਾ ਨਾਲ ਤੋ ਮਨ ਮੇਰੇ ਲੋਕ ਸਭ ਵਿਸਾਰਨਾ ਕਰੇ ਤੇਰਾ ਕਾਰਨ ਸਭ ਸਵਾਰਨਾ ਸਦਾ ਤੁਲਾ ਸਮਰਤ ਸੁਆਮੀ ਸੋਚੋ ਮਨ ਵਿਸਾਰੇ ਰਹਿ ਨਾਨਕ ਮਨ ਤੇਰੇ ਸਦਾ ਵਰਨਾ ਸਾਜੇ ਸਾਰੇ ਕਾ ਕਿਆ ਨਹੀਂ ਕਰਦੇ ਰਾਤਾਂ ਤੇਰਾ ਸਭਿਆ महत दिवस रात दोए दाई नाया खिलै सगल जगत चंगियाइयां बुराइयां वाचै धर्म हदूर करमी आपो अपनी के नेड़े गे दूर जिनी नाम त्याया गए मसकत काल नानक ते मुखे उजले के छुट्टी नाल जिनी नाम त्याया गए मसकत काल नानक ते मुखे उजले के छुट्टी नाल। सवा तो अरदास होगी तू ठाकर
ਭਗਵਾਨ। ਅਰਦਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ। ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਮ ਨਿਤ ਆਵੇ ਧਾਏ। ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ। ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ। ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਾਹਰਾ ਜਹੂਰ। ਕਲਯੁਗ ਦੇ ਬੋਲੇ ਨਾਮ ਦੇ ਜਹਾਜ਼ ਹਲਕ ਪਲਕ ਦੇ ਰੱਖਿਆ। ਇੱਕ ਲੋਕ ਪ੍ਰਲੋਕ ਦੇ ਸਹਾਇਕ। ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ। ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ। ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ। ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ। ਸਤਿਗੁਰਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਜਨੀਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ। ਸ੍ਰੀ ਵਾਹਿਗੁਰੂ। ਸਮੂਹ ਗੁਰਤਖਤਾਂ ਸਮੂਹ ਗੁਰਦੁਆਰਿਆਂ ਗੁਰਧਾਮਾਂ ਝੰਡਿਆਂ ਬੁੰਗੀਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ। ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ। ਸ੍ਰੀ ਵਾਹਿਗੁਰੂ। ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਦਾਸਾਂ ਦੇ ਸਿਰ ਤੇ ਹੱਥ ਰੱਖੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ। ਨਾਮਦਾਨ ਗਰੀਬੀ ਦਾਨ ਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਜੀ। ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ। ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ। ਸਿਰ ਤੇ ਹੱਥ ਰੱਖੋ ਸਮਤ ਬਖਸ਼ੋ। ਸਿੱਧੇ ਰਸਤੇ ਪਾਓ ਸਦਾ ਲਈ ਆਪ ਦੇ ਚਰਨਾਂ ਵਿੱਚ ਰੱਖੋ। ਆਪ ਦੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਜੀ। ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਤਸੰਗੀ ਸਰਦਾਰ ਕੁਲਵੰਤ ਸਿੰਘ ਜੀ ਜੋ ਆਪ ਦਿੱਤੀ ਹੋਈ ਸਵਾਸਾਂ ਦੀ ਆਜ ਨੂੰ ਭੁਗਤਦਿਆਂ ਹੋਇਆ ਪਿਛਲੇ ਦਿਨ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਆਤਮਿਕ ਸੁਖ ਸ਼ਾਂਤੀ ਵਾਸਤੇ ਜਨਮ ਮਰਨ ਦੇ ਬੰਧਨਾਂ ਨੂੰ ਕੱਟਣ ਵਾਸਤੇ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਘਰ ਵਿੱਚ ਪ੍ਰਾਰੰਭ ਕਰਵਾਏ ਸਨ। ਆਪ ਜੀ ਦੀ ਕਿਰਪਾ ਦੁਆਰਾ ਪਾਠਾਂ ਦੀ ਨਿਰਵਿਘਨਤਾ ਸਹਿਜ ਸਮਾਪਤੀ ਹੋਈ ਹੈ। ਗ੍ਰੰਥੀ ਸਿੰਘਾਂ ਤੋਂ ਗੁਰਬਾਣੀ ਪੜ੍ਹਦਿਆਂ ਸੇਵਾਦਾਰਾਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਸੇਵਾ ਨਿਭਾਉਂਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਨੇ। ਅਣਜਾਣ ਬੱਚੇ ਜਾਣਦੇ ਹੋਏ ਮਾਫ਼ ਕਰਨਾ ਜੀ। ਅੱਗੋਂ ਤੋਂ ਆਪਣੇ ਬੱਚਿਆਂ ਨੂੰ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਸੇਵਾਦਾਰਾਂ ਨੂੰ ਸੇਵਾ ਕਰਨ ਦੀ ਸਮਰੱਥ ਬਖਸ਼ਣੀ। ਕੀਤਾ ਹੋਇਆ ਸੇਵਾ ਸਿਮਰਨ ਸੱਚੇ ਪਾਤਸ਼ਾਹ ਜੀ ਕੀਰਤਨ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ। ਉਹਨਾਂ ਨੂੰ ਆਪ ਦੇ ਚਰਨਾਂ ਦੇ ਵਿੱਚ ਥਾਂ ਬਖਸ਼ਣੀ। ਮਹਾਰਾਜ ਜੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੀਵ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਜੀ ਆਪ ਜੀ ਬਖਸ਼ਣਹਾਰ ਹੋ। ਕਿਰਪਾ ਕਰਕੇ ਬਖਸ਼ ਲੈਣਾ ਜੀ। ਲੇਖਿਆ ਕਦੇ ਨਾ ਛੁੱਟੀ ਹੈ ਖਿਨ ਖਿਨ ਭੁੱਲਣਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹਮ ਡੋਲਤ ਮੇਰੀ ਪਾ ਭਰੀ ਹੈ ਪਵਨ ਲੱਗੇ ਮਤ ਜਾਈ। ਸਾਨੂੰ ਸਦ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ। ਗੁਰ ਤਾਰ ਤਾਰ ਨਹਾਰਿਆ ਦੇ ਭਗਤ ਪੂਰਨ ਅਬਨਾਸੀ। ਹੁਣ ਤੁਝ ਕੋ ਬਲਿਹਾਰਿਆ। ਸਭ ਤਰ੍ਹਾਂ ਕਰਕੇ ਮਹਾਰਾਜ ਜੀ ਬਖਸ਼ ਲੈਣਾ। ਪਿੱਛੋਂ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ੀ। ਮਹਾਰਾਜ ਜੀ ਉਹਨਾਂ ਦੇ ਨਿਮਿਤ ਜੋ ਵੀ ਪੁੰਨ ਦਾਨ ਸੇਵਾ ਸਿਮਰਨ ਕੀਤਾ ਸੱਚੇ ਪਾਤਸ਼ਾਹ ਜੀ ਆਪ ਜੀ ਲੇਖੇ ਵਿੱਚ ਲਾ ਲੈਣਾ।
ਇਸ ਵੇਲੇ ਪਰਿਵਾਰ ਵੱਲੋਂ ਆਪ ਜੀ ਵਾਸਤੇ ਸੁੰਦਰ ਮਾਲੇ ਪਹਿਨ ਲਾਏ ਜਾਂਦੇ ਹਨ। ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕੱਜਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਦੇਗ ਦਾ ਥੜਾ ਸਜ ਕੇ ਹਾਜ਼ਰ ਹੋਇਆ ਹੈ। ਆਪ ਜੀ ਭੋਗ ਲਾਓ, ਸੀਲ ਪ੍ਰਸ਼ਾਦ ਸਾਧ ਸੰਗਤ ਨੂੰ ਬਖਸ਼ੋ। ਇਸ ਵੇਲੇ ਜੋ ਵੀ ਸੰਗਤਾਂ ਆਪਦੇ ਦਰਬਾਰ ਵਿੱਚ ਤਿਲ ਫੁੱਲ ਭੇਟਾਂ ਲੈ ਕੇ ਪਹੁੰਚੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸਭ ਦਾ ਭਲਾ ਕਰਨਾ। ਇਸ ਵੇਲੇ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ। ਜੋ ਜੀ ਤੁਹਾਡੇ ਦਰ ਤੇ ਆਵੇ, ਆਪ ਜੀ ਦੀ ਮਿਹਰ ਦਾ ਸਦਕਾ ਸਭ ਰਾਜੀ ਖੁਸ਼ੀ ਜਾਵੇ। ਸੁਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨੈਨ ਦੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਾਰ ਮੂਰਤ ਅਨ ਭਉ ਪ੍ਰਕਾਸ਼ ਅਨ ਕੋਜ ਕੀਜੈ ਕੋਟ ਇੰਦਰ ਇੰਦਰਾਨ ਸਾਏ ਸਾਨ ਗਿਜੈ ਤ੍ਰਿ ਭਵਨ ਮਈ ਪਸਰਨ ਬਸੁਰ ਨੇਤ ਨੇਤ ਬਾਣ ਕਰਨ ਕੈਤ ਤੈ ਸਰਬ ਨਾਮ ਕਥੈ ਕਮਨ ਕਰਮ ਨਾਮ ਵਰਨਤ ਸਮਤ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਈ ਜਨ ਤ੍ਰੈਣ ਧਾਰ ਮੂੰਡ ਬੁਲਾਏ हमरो करता राम स्नेही काए रे नार गर्भ करता बिन सजाए झूठी देई मेरी मेरी कैरों करते दुर्योधन से भाई बारह जोजन शतर चले था दे गिरजना खाई सुकाहो टाल गुर सेविय अहंस सहज सुभाए दर्शन कर से गुरु के जन्म मरण दुख जाए सबना दा विसाओ सतनाम वाहेगुरु साहिब जी सोरठ महल्ला नवा जो नार दुख में दुख नहीं माने सुख स्नेहो अर भै नहीं जाके
ਕੰਚਨ ਮਾਟੀ ਮਾਨੈ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੁ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਲੋਭ ਮੋਹ ਅਭਿਮਾਨਾ, ਹਰਖ ਸੋਗ ਤੇਰਾ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇਰਾ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਇਨ, ਤੇ ਘਾਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਮਹਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਸਭ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ ਸਾਬਕਾ ਸਰਪੰਚ, ਜਿੰਨੀ ਕੁ ਉਹਨਾਂ ਨੂੰ ਸਤਿਗੁਰੂ ਵੱਲੋਂ ਸਵਾਸਾਂ ਦੀ ਪੂੰਜੀ ਦੇ ਕਰਕੇ ਸਮਾਧ ਲੋਕ ਤੇ ਭੇਜਿਆ ਗਿਆ ਸੀ, ਪੂੰਜੀ ਨੂੰ ਭੋਗਦਿਆਂ ਹੋਇਆਂ ਪਿਛਲੇ ਦਿਨੀ ਲੋਕ ਤੋਂ ਪ੍ਰਲੋਕ ਗਮਨ ਕਰ ਗਏ ਸਨ, ਅਕਾਲ ਚਲਾਣਾ ਕਰ ਗਏ ਸਨ। ਆਪਾਂ ਸਭ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਪਿੱਛੋਂ ਉਹਨਾਂ ਦੇ ਨਿਮਿਤ ਜੋ ਸਤਿਗੁਰੂ ਵੱਲੋਂ ਮਰਿਆਦਾ ਦ੍ਰਿੜ ਕਰਵਾਈ ਗਈ ਹੈ ਵੀ ਕੋਈ ਵੀ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਉਹਨਾਂ ਦੇ ਪਿੱਛੋਂ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਗੁਰਬਾਣੀ ਦਾ ਆਸਰਾ ਲੈਣਾ ਹੈ। ਧਾਲੀਵਾਲ ਸਮੂਹਿਕ ਪਰਿਵਾਰ ਵੱਲੋਂ ਰਲ ਮਿਲ ਕਰਕੇ ਪਿਛਲੇ ਦਿਨਾਂ ਤੋਂ ਗ੍ਰਹਿ ਵਿਖੇ ਧੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਟਾਈ ਜੀ ਦੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ਮਨ ਕਰਵਾਏ ਗਏ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ। ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਵਾਕ ਅਨੁਸਾਰ ਰਾਗੀ ਸਿੰਘਾਂ ਨੇ ਬੜਾ ਵਿਰਾਗਮਈ ਕੀਰਤਨ ਰਸ ਭਿੰਨੀ ਗੁਰਬਾਣੀ ਦਾ ਕੀਰਤਨ ਆਪ ਜੀਆਂ ਨੂੰ ਸਰਵਣ ਕਰਾਇਆ। ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਇੰਦਰਪਾਲ ਸਿੰਘ ਜੀ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ, ਜੋ ਪਰਿਵਾਰ ਦੇ ਨਾਲ ਬਹੁਤ ਸਨੇਹ ਰੱਖਦੇ ਹੈ, ਬਹੁਤ ਪਿਆਰ ਹੈ ਪਰਿਵਾਰ ਦੇ ਨਾਲ, ਬਾਪੂ ਜੀ ਦੇ ਪਿਆਰ ਦੇ ਵਿੱਚ ਭਿੱਜ ਕਰਕੇ ਇਸ ਪਰਿਵਾਰ ਦੇ ਵਿੱਚ ਦੁੱਖ 'ਚ ਸਾਂਝੀ ਹੋਣ ਵਾਸਤੇ ਪਹੁੰਚੇ ਸਨ। ਉਹਨਾਂ ਨੇ ਵੀ ਆਪ ਸੰਗਤਾਂ ਨੂੰ
ਬਹੁਤ ਡੂੰਘੀਆਂ ਵਿਚਾਰਾਂ ਦੇ ਨਾਲ ਨਿਹਾਲ ਕੀਤਾ। ਜੋ ਗੁਰੂ ਸਾਨੂੰ ਉਪਦੇਸ਼ ਦਿੰਦਾ ਹੈ, ਗੁਰੂ ਦਾ ਗਿਆਨ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ ਜੋ ਸਿਧਾਂਤ ਹੈ ਵੀ ਗੁਰੂ ਦੀ ਗੱਲ ਹਰ ਇੱਕ ਨਾਲ ਸਾਂਝੀ ਕਰਨੀ ਹੈ, ਵਿਚਾਰ ਵਟਾਂਦਰਾ ਕਰਨਾ ਹੈ ਗੁਰਬਾਣੀ ਦੇ ਆਧਾਰ ਤੇ ਮਹਾਂਪੁਰਖਾਂ ਨੇ ਬਹੁਤ ਵੱਡ ਮੁੱਲੀਆਂ ਵਿਚਾਰਾਂ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਸਾਧ ਸੰਗਤ ਜੀ, ਜਿਵੇਂ ਬਾਪੂ ਦੇ ਜੀਵਨ ਬਾਰੇ ਬੋਲਾਂ ਤੇ ਬਹੁਤੀ ਕੋਈ ਕਥਨੀ ਨਹੀਂ ਹੈ, ਇਹਦੇ ਵਿੱਚ ਕੋਈ ਬਹੁਤਾ ਮਹਿਨਾ ਨਹੀਂ ਰੱਖਦਾ, ਕਿਉਂਕਿ ਮਹਾਂਪੁਰਖਾਂ ਨੇ ਬੜੀ ਵਿਸਥਾਰ ਦੇ ਨਾਲ ਬਾਪੂ ਜੀ ਹੋਰਾਂ ਬਾਰੇ ਦੱਸ ਦਿੱਤਾ ਹੈ। ਤੇ ਬਾਕੀ ਦੂਸਰੀ ਗੱਲ ਹੈ ਵੀ ਇਹ ਜੋ ਇਕੱਠ ਹੈ ਸੰਗਤ ਦਾ, ਇਹ ਬਾਪੂ ਜੀ ਹੋਰਾਂ ਦੀ ਸੱਚਾਈ ਪੇਸ਼ ਕਰਦਾ ਵੀ ਕਿੰਨੇ ਕੁ ਨਿੱਘੇ ਸੁਭਾਅ ਦੇ ਸਨ, ਕਿੰਨੇ ਲੋਕਾਂ ਦੇ ਵਿੱਚ ਵਿਚਰੇ ਨੇ, ਕਿੰਨਾ ਪਿਆਰ ਵੰਡਿਆ ਹੈ, ਕਿੰਨਾ ਆਪ ਜੀਆਂ ਦੇ ਨਾਲ ਉਹਨਾਂ ਨੇ ਮਿੱਠ ਬੋਲੜੇ ਸੁਭਾਅ ਦੇ ਨਾਲ ਵਰਤਾਓ ਕੀਤਾ। ਜਿੰਨੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਹੈ, ਉਹ ਸੋਹਣੀ ਜ਼ਿੰਦਗੀ ਸਤਿਗੁਰੂ ਦੀ ਕਿਰਪਾ ਦੇ ਨਾਲ ਰਾਜਿਆਂ ਵਾਂਗ ਬਿਤਾ ਕੇ ਗਏ ਹੈ। ਤਕਰੀਬਨ ਦਾ 2-4 ਸਾਲਾਂ ਤੋਂ ਪਰਿਵਾਰ ਦੇ ਨਾਲ ਪਿਆਰ ਹੈ। ਤੇ ਇੱਥੇ 2 ਸਹਿਜ ਪਾਠ ਇਦੋਂ ਪਹਿਲਾਂ ਮੈਂ ਪਰਿਵਾਰ ਦੇ ਘਰ ਕੀਤੇ ਤੇ ਬਾਪੂ ਜੀ ਹੋਰਾਂ ਨੇ ਅੰਮ੍ਰਿਤ ਵੇਲੇ ਇੱਧਰਲੇ ਪਾਸੇ ਆ ਜਾਣਾ ਪਸ਼ੂਆਂ ਵਾਲੇ ਪਾਸੇ, ਤੇ ਉਹਨਾਂ ਨੇ ਮੈਨੂੰ ਦੱਸਣਾ, ਕਹਿੰਦੇ ਪੁੱਤ ਕਿਸੇ ਵੀ ਗੱਲ ਦੀ ਕੋਈ ਕਰਦਾ ਮਾਰ ਦੇ ਚਰਨਾਂ 'ਚ ਮਹਾਰਾਜ ਤੁਰੇ ਫਿਰਦੇ ਨੂੰ ਲੈਂਦੇ ਵੀ ਕਸ਼ਟ ਨਾ ਭੋਗਾਂ ਤੇ ਤੁਰਾ ਫਿਰਦੇ ਜਾਵਾਂ ਤੇ ਕੋਈ ਇਸ ਗੱਲ ਵਾਲੀ ਗਿਲੇ ਵਾਲੀ ਗੱਲ ਨਹੀਂ। ਤੇ ਉਹਨਾਂ ਨੇ ਕਹਿਣਾ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤੱਕੀ ਤਵੀ ਤੇ ਬੈਠੇ ਤੇ ਉਹਨਾਂ ਨੇ ਜ਼ਿਕਰ ਕੀਤਾ, ਮਾਰ ਕਹਿੰਦੇ ਅਲਾਹੂ ਨੂੰ ਮੈਂ ਕਾਹੂ ਨਾ ਦਿਓ ਮਨ ਮੀਤ ਤੁਹਾਰੂ ਕੀਓ। ਲਾਂਭਾ ਕੋਈ ਨਹੀਂ, ਜੋ ਸਤਿਗੁਰੂ ਜਿਵੇਂ ਤੈਨੂੰ ਭਾਉਂਦਾ ਸੀ ਉਵੇਂ ਹੋਇਆ। ਇਹ ਸਤਿਗੁਰੂ ਜੀ ਮਹਾਰਾਜ ਜੀਆਂ ਨੇ ਜਿੰਨੇ ਇੱਕ ਸਵਾਸ ਦੇ ਕਰਕੇ ਇਸ ਮਾਤ ਲੋਕ ਤੇ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ ਨੂੰ ਭੇਜਿਆ ਸੀ, ਉਹਨੇ ਕੀ ਸਵਾਸ ਹੋ ਕੇ ਉਹ ਚਲੇ ਗਏ। ਕਿਉਂਕਿ ਮਹਾਰਾਜ ਜੀਆਂ ਦਾ ਇਹ ਉਪਦੇਸ਼ ਹੈ, ਮਰ ਕਹਿੰਦੇ ਮਰਨ ਖਾਏ ਮੰਡਲ ਮੈਂ ਆਏ ਜੀਵਨ ਸਾਡੇ ਮਾਇਆ। ਮਰਨਾ ਲਿਖਿਆ ਜਾਂਦਾ ਹੈ, ਨਿਸ਼ਚਿਤ ਹੈ ਮੌਤ। ਮਹਾਂਪੁਰਖਾਂ ਨੇ ਬੜੇ ਉਸਤਾਦ ਸਾਹਿਬ ਆਪ ਜੀਆਂ ਦੇ ਨਾਲ ਇਹ ਸਾਂਝ ਪਾਈ ਹੈ। ਆਓ ਹੁਣ ਸਾਧ ਸੰਗਤ ਜੀ, ਇੱਥੇ ਸਮਾਪਤੀ ਹੈ ਜੋ ਅਗਲੀ ਸਟੇਜ ਦੀ ਕਾਰਵਾਈ ਹੈ। तो आप संगतों ने बेनती है तकरीबन 10-15 मिनट वास्ते आप इस तरह सजे रहना है। तो फतेह बुलाओ जी, आखो वाहे। ਸਾਬਕਾ ਸਰਪੰਚ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਭੈਣੋ ਭਰਾਵੋ, ਸਕੇ ਸੰਬੰਧੀਓ, ਰਿਸ਼ਤੇਦਾਰੋ, ਦੂਰੋਂ ਨੇੜਿਓਂ ਆਏ ਹੋਏ ਸਾਰੇ ਹੀ ਨਗਰ ਨਿਵਾਸੀਓ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਜਾਣਦੇ ਹਾਂ ਕਿ ਸਰਦਾਰ ਕੁਲਵੰਤ ਸਿੰਘ ਜੀ ਇਸ ਨਗਰ ਦੀ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਸੀ। ਉਹਨਾਂ ਦਾ ਅਚਾਨਕ ਹੀ ਸਾਡੇ ਵਿੱਚੋਂ ਚਲੇ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ। ਇਹ ਘਾਟਾ ਪਰਿਵਾਰ ਨੂੰ ਤਾਂ ਹੈ, ਉਸ ਦੇ ਨਾਲ ਨਾਲ ਸਾਰੇ ਨਗਰ ਨੂੰ ਤੇ ਸਾਰੇ ਸਮਾਜ ਦੇ ਲਈ ਉਹਨਾਂ ਦਾ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ। ਸਰਦਾਰ ਕੁਲਵੰਤ ਸਿੰਘ ਜੀ ਦਾ ਜਨਮ 1951 ਦੇ ਵਿੱਚ ਹੋਇਆ ਤੇ 2021 ਦੇ ਵਿੱਚ ਉਹ ਪਰਲੋਕ ਗਮਨ ਕਰ ਗਏ। 60 ਸਾਲ ਦੀ ਉਮਰ ਆ ਜਿਹੜੀ ਉਹਨਾਂ ਨੇ ਭੋਗੀ। 70 ਸਾਲ ਦੀ ਉਮਰ ਆ ਜਿਹੜੀ ਉਹਨਾਂ ਨੇ ਭੋਗੀ। ਪਰ ਉਹ ਇੰਨੇ ਕੁ ਵਧੀਆ ਪਏ ਸੀ ਜਾਂ ਇੰਨੇ ਕੁ ਖੁਸ਼ਦਿਲ ਸੀ ਜਾਂ ਉਹਨਾਂ ਦਾ ਸੁਭਾਅ ਇੰਨਾ ਵਧੀਆ ਸੀ ਕਿ ਉਹ ਲੱਗਦੇ ਨਹੀਂ ਸੀ ਵੀ ਇੰਨੀ ਜਲਦੀ ਸਾਡੇ ਵਿੱਚੋਂ ਚਲੇ ਜਾਣਗੇ। ਜੇ ਅੱਜ ਦਾ ਸਮਾਜ ਦੀ ਗੱਲ ਕਰੀਏ ਤਾਂ ਸਾਡੇ ਸਮਾਜ ਆ ਜਿਹੜਾ ਉਹ ਦੁੱਖਾਂ ਦੇ ਨਾਲ ਭਰਿਆ ਪਿਆ। ਜੇ ਅਸੀਂ ਇਹ ਤੇ ਵਿਚਾਰ ਕਰਨੀ ਹੋਵੇ ਤਾਂ ਆਪਾਂ ਗੁਰੂ ਮੰਨਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਸਮਾਜ ਦੇ ਵਿੱਚ ਇਸ ਕਰਕੇ ਹੀ ਦੁੱਖ ਆ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਆਪਦੇ ਜੀਵਨ ਨੂੰ ਨਹੀਂ ਚਲਾਉਂਦੇ। ਅਸੀਂ ਗੁਰਬਾਣੀ ਦੇ ਹਿਸਾਬ ਦੇ ਨਾਲ ਆਪਦੇ ਜੀਵਨ ਨੂੰ ਚਲਾਉਣ ਦੀ ਬਜਾਏ ਅਸੀਂ ਗੁਰਬਾਣੀ ਨੂੰ ਆਪਦੇ ਲਈ ਵਰਤਦੇ ਹਾਂ,
ਆਪਦੇ ਫਾਇਦੇ ਲਈ ਵਰਤਦੇ ਹਾਂ। ਕਿਉਂਕਿ ਜੇ ਬਾਬਾ ਨਾਨਕ ਕਹਿੰਦਾ ਵੀ ਕਿਰਤ ਕਰੋ, ਵੰਡ ਛਕੋ ਔਰ ਨਾਮ ਜਪੋ, ਤੇ ਅਸੀਂ ਵੰਡ ਛਕੋ ਵਾਲਾ ਸ਼ਬਦਾਂ ਵਿੱਚੋਂ ਕੱਢ ਦਿੰਦੇ ਹਾਂ। ਕਿਉਂਕਿ ਵੰਡਣ ਦੀ ਵਾਰੀ ਆ ਜਾਂਦੀ ਜਦੋਂ, ਉਦੋਂ ਕਿਤੇ ਨਾ ਕਿਤੇ ਸੋਚਣ ਲੱਗ ਜਾਂਦੇ ਆ ਵੀ ਹੁਣ ਇਹ ਵੰਡਣਾ ਪਊਗਾ ਜਿਹੜੀ ਕਿਰਤ ਕੀਤੀ ਹੈ, ਤਾਂ ਫਿਰ ਉਹ ਨਾਮ ਜਪੋ ਵਾਲੇ ਪਾਸੇ ਲਾ ਕੇ ਲੋਕਾਂ ਨੂੰ ਅਸੀਂ ਭੇਜਣ ਵਾਲਾ ਕੰਮ ਆ ਜਿਹੜਾ ਉਹ ਕਰਦੇ ਆ ਬਹੁਤ ਸਾਰੇ। ਤਾਂ ਪਰ ਸਰਦਾਰ ਕੁਲਵੰਤ ਸਿੰਘ ਸੀ ਜਿਹੜੇ, ਉਹ ਬਾਬੇ ਨਾਨਕ ਦੇ ਸੱਚੇ ਸਿੱਖ ਸੀ। ਉਹਨਾਂ ਨੇ ਕਿਰਤ ਕੀਤੀ ਔਰ ਛੋਟੀ ਉਮਰੇ ਹੀ, ਕਿਉਂਕਿ ਉਹਨਾਂ ਦੇ ਛੋਟੇ ਬੇਟੇ ਜਿਹੜੇ ਸਰਦਾਰ ਰਣਜੀਤ ਸਿੰਘ ਜੀ, ਅਸੀਂ ਕਲਾਸ ਫੈਲੋ ਆ, ਸ਼ੁਰੂ ਤੋਂ ਹੀ ਮੇਰਾ ਉਹਨਾਂ ਦੇ ਨਾਲ ਵਾਗ ਆ ਔਰ ਸ਼ੁਰੂ ਤੋਂ ਹੀ ਉਹ ਇਸ ਤਰ੍ਹਾਂ ਦੇ ਸੁਭਾਅ ਦੇ ਸੀ। ਜੇ ਕਿਰਤ ਦੀ ਗੱਲ ਕਰੀਏ, ਛੋਟੀ ਉਮਰ 'ਚ ਹੀ ਉਹਨਾਂ ਦੇ ਦੱਸਣ ਅਨੁਸਾਰ, ਪਰਿਵਾਰ ਦੇ ਦੱਸਣ ਅਨੁਸਾਰ, ਵੀ ਮਾਤਾ ਜੀ ਦੇ 4 ਭਰਾ ਸੀ ਤੇ 4 ਭੈਣਾਂ ਸਨ। ਛੋਟੀ ਉਮਰ 'ਚ ਹੀ ਮਾਤਾ ਜੀ ਨੇ ਕਹਿੰਦਾ ਵੀ ਬਾਕੀ ਚਲੋ ਪੜ੍ਹਦੇ ਆ ਸਾਰੇ, ਵੀ ਕੁਲਵੰਤ ਸਿੰਘ ਤੂੰ ਖੇਤ ਜਾਇਆ ਕਰ ਤੇ ਤੈਨੂੰ ਕੈਂਠਾ ਪਾਵਾਂਗੇ ਆਪਾਂ। ਮਾਤਾ ਦੇ ਜਿਹੜੇ ਬੋਲ ਆ ਸਿਰ ਮੱਥੇ ਕਬੂਲਦੇ ਹੋਏ ਆਪਦੀ ਪੜ੍ਹਾਈ ਵਿੱਚ ਹੀ ਛੱਡ ਕੇ 7-8 ਸਾਲ ਦੀ ਉਮਰ ਆ, ਜਿਵੇਂ ਮੈਂ ਕਹੂੰਗਾ ਵੀ ਜਦੋਂ ਤੋਂ ਇਹ ਖੇਤੀਬਾੜੀ ਦੇ ਧੰਦੇ ਦੇ ਵਿੱਚ ਲੱਗ ਗਏ। ਔਰ ਤੁਸੀਂ ਦੇਖੋ, ਸਭ ਤੋਂ ਛੋਟੇ ਹੁੰਦੇ, 4 ਭਰਾਵਾਂ ਤੋਂ ਛੋਟੇ ਹੁੰਦੇ ਵੀ ਵੱਡੇ ਭਰਾ ਵੀ ਇਹਨਾਂ ਦਾ, ਵੱਡੇ ਭਰਾਵਾਂ ਨੇ ਦਾ ਸਤਿਕਾਰ ਕਰਦੇ ਸੀ। ਕਹਿਣ ਦਾ ਭਾਵ ਇਹਨਾਂ ਦੀ ਕਈ ਵੀ ਗੱਲ ਆ ਜਿਹੜੀ ਉਹ ਮੋੜਦੇ ਨਹੀਂ ਸੀ। ਇਹ ਹਮੇਸ਼ਾ ਹੀ ਕਿਰਤ ਦੇ ਨਾਲ ਨਾਲ ਵੰਡ ਕੇ ਛਕਣ ਦੀ ਗੱਲ ਕਰਦੇ ਸੀ। ਜਿਵੇਂ ਆਪਾਂ ਕਹਿੰਦੇ ਹਾਂ 10 ਨੌਹਾਂ ਦੀ ਕਿਰਤ ਜਿਹੜੀ ਆਪਾਂ ਕਰਦੇ ਹਾਂ, ਉਹਦੇ ਚੋਂ ਦਸਵੰਧ ਕੱਢ ਦਿੱਤਾ ਜਾਵੇ ਤਾਂ ਕਿ ਉਹ ਹੋਰਾਂ ਦੇ, ਦੁਨੀਆ ਦੇ ਜਿਹੜੇ ਕੰਮ ਕਰਨ ਦੇ ਲੇਖੇ ਲੱਗ ਸਕੇ। ਪਰ ਇਹ ਦਸਵੰਧ ਤੋਂ ਵੀ ਕਿਤੇ ਵੱਧ ਕਿਸੇ ਨੂੰ ਵੀ ਲੋੜ ਪਈ, ਇਹਨਾਂ ਨੇ ਕਦੇ ਆਪਦੇ ਦਰ ਤੋਂ ਖਾਲੀ ਨਹੀਂ ਮੋੜਿਆ। ਸਰਕਾਰੀ ਸੰਸਥਾਵਾਂ ਹੋਣ ਜਾਂ ਕੋਈ ਸਾਂਝੇ ਕੰਮ ਹੋਣ, ਇਹ ਪਹਿਲ ਦੇ ਆਧਾਰ ਤੇ ਆਪਦਾ ਰੋਲ ਆ ਜਿਹੜਾ ਉਹਦੇ ਵਿੱਚ ਅਦਾ ਕਰਦੇ ਸੀ। ਇਹ ਵੰਡ ਕੇ ਛਕਣ ਵਾਲੀ ਗੱਲ ਆ, ਜਿਹੜੇ ਬਾਬੇ ਨਾਨਕ ਦਾ ਦੂਜਾ ਸਿਧਾਂਤ ਆ। ਤੇ ਨਾਮ ਜਪਣ ਦੀ ਗੱਲ ਕਰੀਏ ਤਾਂ ਇਹਨਾਂ ਨੇ ਖੁਦ ਅੰਮ੍ਰਿਤ ਛਕਿਆ ਤੇ ਹੋਰਾਂ ਨੂੰ ਵੀ, ਬਹੁਤ ਸਾਰੇ ਲੋਕਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ, ਜਿਹੜਾ ਕਿ ਨਾਮ ਜਪਣ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਣ ਵਾਲੀ ਗੱਲ ਆ। ਔਰ ਇਸ ਤੋਂ ਇਲਾਵਾ ਵੀ 2003 ਤੋਂ ਲੈ ਕੇ 2008 ਤੱਕ ਸਰਬਸੰਮਤੀ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਸਰਪੰਚ ਬਣੇ। ਅੱਜ ਅਸੀਂ ਸੋਚ ਸਕਦੇ ਹਾਂ ਵੀ ਸਰਬਸੰਮਤੀ ਵਾਲੀ ਗੱਲ, ਸਾਡੇ ਤਾਂ ਘਰਾਂ ਦੇ ਵਿੱਚ ਹੀ ਵਿਗੜੇ ਨੇ ਪੈ ਚੁੱਕੇ ਆ। ਇੰਨਾ ਕੁ ਗਤੜਾ ਰਾਜਨੀਤੀ ਨੂੰ ਕਰ ਦਿੱਤਾ ਲੋਕਾਂ ਨੇ। ਪਰ ਸਰਬਸੰਮਤੀ ਦੇ ਨਾਲ ਚੁਣਿਆ ਜਾਣਾ, ਉਹ ਵੀ ਸਾਰੇ ਪਿੰਡ ਦੇ ਵਿੱਚੋਂ। ਕੋਈ ਵੀ ਬੰਦਾ ਜਦੋਂ ਹੱਥ ਖੜੇ ਕਰਨ ਦੀ ਵਾਰੀ ਆਈ ਤਾਂ ਇਹ ਨਹੀਂ ਕਰਦਾ ਵੀ ਨਹੀਂ ਇਹ ਬਣਨੇ ਨਹੀਂ ਚਾਹੀਦੇ। ਇਹ ਵੀ ਇੱਕ ਉਹਨਾਂ ਦੀ ਸੂਝ-ਬੂਝ ਔਰ ਸਿਆਣਪ ਦੀ ਗੱਲ ਆ। ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਇਸ ਸਮਾਜ ਨੂੰ, ਇਸ ਨਗਰ ਨੂੰ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ। ਉਹਨਾਂ ਦੀ ਕਹੀ ਵੀ ਗੱਲ ਦਾ ਹਰੇਕ ਰਾਜਨੀਤਿਕ ਪਾਰਟੀ ਸਤਿਕਾਰ ਕਰਦੀ ਸੀ ਔਰ ਉਹਨਾਂ ਨੂੰ ਮਾਨਤਾ ਦਿੰਦੀ ਸੀ। ਜੇ ਸੂਝ ਦੀ ਗੱਲ ਕਰ ਲਾਂ ਤਾਂ ਕੱਲ ਪਰਸੋਂ ਅਸੀਂ ਬੈਠੇ ਸੀ, ਗੱਲ ਚੱਲ ਰਹੀ ਸੀ, ਸਿਆਣਪ ਦੀ ਗੱਲ ਹੁੰਦੀ ਆ, ਅਕਲ ਦੀ ਗੱਲ ਹੁੰਦੀ ਹੈ, ਸਹੀ ਸੇਧ। ਅੱਜ ਕਿਸੇ ਬੰਦੇ ਕੋਲ ਸਲਾਹ ਲੈਣ ਚਲੇ ਜਾਈਏ ਤੇ ਸਮਾਜ ਇਸ ਤਰ੍ਹਾਂ ਦਾ ਬਣ ਗਿਆ ਵੀ ਸਲਾਹ ਜਿਹੜੀ ਹੈਗੀ ਆ ਆਪ ਦੇ ਹਿਸਾਬ ਨਾਲ ਦਿੱਤੀ ਜਾਂਦੀ ਆ, ਵੀ ਮੇਰਾ ਫਾਇਦਾ ਕਰੇ ਤਾਂ ਮੈਂ ਕੋਈ ਜੀ ਸਲਾਹ ਇਹਨੂੰ ਦੇਵਾਂ। ਤਾਂ ਸਾਡੇ ਲਖਬੀਰ ਭਾਜੀ ਗੱਲ ਕਰਦੇ ਸੀਗੇ ਵੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ 2 ਭਰਾਵਾਂ ਦੇ ਵਿੱਚ ਇੱਕ ਭਰਾ ਬਾਹਰ ਸੀਗਾ, ਆਪਸ ਵਿੱਚ ਹੁੰਦਕਬਾਜੀ ਹੋ ਗਈ, ਜ਼ਮੀਨ ਨੂੰ ਲੈ ਕੇ ਕਿਸੇ ਗੱਲ ਦਾ ਰੌਲਾ ਪੈ ਗਿਆ। ਜਿਹੜਾ ਇੱਧਰ ਭਾਈ ਸੀਗਾ ਉਹ ਜ਼ਮੀਨ ਆ ਜਿਹੜੀ ਉਹਨੇ ਉਹ ਵਾਹੁਣ ਲਾ ਕੇ ਉਹਨੇ ਕਬਜ਼ਾ ਕਰਨ ਵਾਲੀ ਗੱਲ ਕਰਤੀ। ਉਹ ਬਾਹਰਲਾ ਜਦੋਂ ਬਾਪੂ ਜੀ ਕੋਲੇ ਆਇਆ, ਸਰਦਾਰ ਕੁਲਵੰਤ ਸਿੰਘ ਜੀ ਕੋਲੇ ਆਇਆ, ਉਹ ਕਹਿੰਦਾ ਬਾਪੂ ਜੀ ਵੀ ਮੈਨੂੰ ਸਲਾਹ ਦਿਓ ਤੇ ਮੇਰੇ ਨਾਲ ਬੰਦੇ ਭੇਜੋ 200-400 ਬੰਦਾ ਤਾਂ ਕਿ ਮੈਂ ਕਬਜ਼ਾ ਲੈ ਸਕਾਂ। ਤਾਂ ਕਹਿੰਦੇ ਵੀ ਜੇ ਤਾਂ ਤੂੰ ਮਦਦ ਲੈਣੀ ਹੈ ਫਿਰ ਤਾਂ ਮੈਂ ਜਦੋਂ ਕਹੇ ਮੈਂ ਤੇਰੇ ਕੋਲੇ ਭੇਜ ਦੇਣਾ ਬੰਦੇ, ਹੁਣੇ ਲੈ ਜਾ ਨਾਲ। ਪਰ ਜੇ ਤੂੰ ਸਲਾਹ ਲੈਣੀ ਆ ਤਾਂ ਫਿਰ ਮੈਂ ਤੈਨੂੰ ਸਲਾਹ ਦੇਵਾਂਗਾ, ਫਿਰ ਤੈਨੂੰ ਸਲਾਹ ਮੰਨਣੀ ਪਊਗੀ। ਉਹ ਕਹਿੰਦੇ ਚਲੋ ਫਿਰ ਸਲਾਹ ਦੇ ਦਿਓ ਪਹਿਲਾਂ। ਉਹ ਕਹਿੰਦਾ ਤੇਰਾ ਭਰਾ ਨਾ ਉਹ? ਕਹਿੰਦੇ ਹਾਂਜੀ ਬਿਲਕੁਲ ਮੇਰਾ ਭਰਾ ਹੈਗਾ। ਕਹਿੰਦੇ ਤੇਰੇ ਕੋਲੇ ਰੱਬ ਦਾ ਦਿੱਤਾ ਬਹੁਤ ਕੁਛ,
ਇਹ ਕੰਮ ਨਾ ਕਰ, ਤੂੰ ਮੇਰੀ ਸਲਾਹ ਮੰਨਦਾ ਤਾਂ ਤੂੰ ਸਾਰਾ ਕੁਝ ਉਹਨੂੰ ਛੱਡ ਦੇ। ਉਹਨੇ ਚਲੋ ਇਹਨਾਂ ਦੀ ਗੱਲ ਮੰਨੀ, ਔਰ ਅੱਜ ਉਹ ਜਿਹੜਾ ਭਰਾ ਇੱਧਰ ਸੀਗਾ ਜਿਹਦੇ ਮਨ 'ਚ ਵੀ ਗੁੱਸੇ ਗਿਲੇ ਸੀ, ਉਹ ਸਾਰਾ ਕੁਝ ਵੰਡ ਬਣਾ ਕੇ ਵਧੀਆ ਵਸਦੇ ਆ, ਉਹ ਇੱਕ ਦੂਜੇ ਨਾਲ ਵਰਤਦੇ ਆ। ਜੋ ਕੁਝ ਮਾਮਲਾ ਪੈਲੀ ਦਾ ਆਉਂਦਾ ਉਹਨਾਂ ਨੂੰ ਮਤਲਬ ਭਰਾਵਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ। ਕਹਿਣ ਦਾ ਭਾਵ ਹੈ ਅਸਲ ਸਲਾਹ ਔਰ ਸੋਚ ਔਰ ਸਮਝ ਜਿਹੜੀ ਜਿੱਥੋਂ ਆਪਾਂ ਨੂੰ ਉਹਨਾਂ ਦੀ ਦੂਰ ਦ੍ਰਿਸ਼ਟੀ ਦਾ ਪਤਾ ਲੱਗਦਾ। ਸੋ ਉਹਨਾਂ ਦਾ ਜਾਣਾ ਸੱਚਮੁੱਚ ਹੀ ਨਗਰ ਦੇ ਲਈ ਘਾਟਾ ਹੈਗਾ। ਪਰਿਵਾਰ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਸਰਦਾਰ ਕੁਲਵੰਤ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਉ ਆਇਆ ਆਖਿਆ ਜਾਂਦਾ ਹੈ। ਸੱਜਣ ਮਿੱਤਰਾਂ ਨੂੰ, ਕਈ ਸਹਿਬਾਨ ਲੀਡਰ ਵੀ ਬੈਠੇ ਹਨ, ਸਭ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਸਾਰਿਆਂ ਨੇ ਇਹ ਅਰਜ਼ ਮਨਜ਼ੂਰ ਕਰਨੀ ਹੈ ਜੋ ਕਿ ਸਰਦਾਰ ਕੁਲਵੰਤ ਸਿੰਘ ਬਾਰੇ ਸੋਚ ਸੀ। ਸਰਦਾਰ ਕੁਲਵੰਤ ਸਿੰਘ ਜੀ, ਮੈਂ ਉਹਦੀ ਜੀਵਨੀ ਬਾਰੇ ਵੀ ਬੋਲਣਾ, ਕੋਈ ਇਹ ਨਹੀਂ ਗੱਲ ਕਰਨੀ ਮੈਂ ਸਿਆਸਤ ਬਾਰੇ ਉਹਦੇ ਵਾਸਤੇ ਮੈਂ ਕੋਈ ਗੱਲ ਨਹੀਂ ਕਰਨੀ। ਉਹਦੀ ਜੀਵਨੀ ਇਹੋ ਜਿਹੀ ਸੀ, ਰਹਿਣਾ ਬਹਿਣਾ ਬੜਾ ਸਧਾਰਨ ਰੂਪ ਦੇ ਵਿੱਚ ਰਹਿੰਦਾ ਸੀ। ਬਾਦਸ਼ਾਹ ਸੀ ਨਿਹਾਲ ਸਿੰਘ ਵਾਲੇ ਦਾ ਸਾਡੇ ਰਹਿਣ ਵਾਲਾ ਬਾਦਸ਼ਾਹ ਸੀ ਉਹ, ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਨੇ ਆਪਦੇ ਪਰਿਵਾਰ ਦਾ ਡਾਕਟਰ ਅੰਬੇਦਕਰ ਦੀ ਤਰ੍ਹਾਂ ਸੰਵਿਧਾਨ ਤਿਆਰ ਕੀਤਾ। ਜਿਵੇਂ ਇੱਕ ਭਾਈ ਪਹਿਲਾਂ ਹੀ 4 ਭਾਈ ਸਨ, ਇਹ ਗੱਡ ਸੀ, 3 ਇਕੱਠੇ ਸੀ। ਇਕੱਠਿਆਂ ਦੀ ਜੋ ਵੀ ਗੱਲਬਾਤ ਹੁੰਦੀ ਸੀ ਕੁਲਵੰਤ ਸਿੰਘ ਸਰਦਾਰ ਜੀ ਦੇ ਰਾਹੀਂ ਹੁੰਦੀ ਸੀ। ਕੋਈ ਵੀ ਕੰਮ ਕਰਨਾ। ਦੂਸਰੀ ਗੱਲ ਕਿ ਸਾਲ ਭਰ ਦਾ ਜਿਹੜਾ ਨਗਰ ਦੇ ਵਿੱਚ ਦਾਨ ਕਰਨਾ ਨਾ, ਇਹ ਸਾਲ ਭਰ ਦਾ ਵੱਖਰਾ ਰੱਖਦੇ ਸੀ ਤਿੰਨੇ ਭਰਾ। ਭਰੋਸਾ ਇਹਨਾਂ ਸੀ ਦੂਸਰੇ ਭਾਈਆਂ ਨੂੰ, ਸੁਖਦੇਵ ਸਿੰਘ ਹੁਣਾਂ ਨੂੰ, ਇਹਨਾਂ ਤੇ ਉਹ ਸਾਲ ਭਰ ਦਾ ਜਿਹੜਾ ਦਾਨ ਕਰਨਾ ਸੀ ਉਹ ਇੱਕ ਅਲੱਗ ਕਮਰੇ ਦੇ ਵਿੱਚ ਰੱਖਿਆ ਜਾਂਦਾ ਸੀ। ਕੋਈ ਵੀ ਆਉਂਦਾ ਸੀ, ਕਿਸੇ ਨੂੰ ਮੋੜਿਆ ਨਹੀਂ ਸੀ ਜਾਂਦਾ। ਜਿੰਨਾ ਵਿੱਤ ਸੀ, ਵਿੱਤ ਦੇ ਮੁਤਾਬਕ ਹਰੇਕ ਨੂੰ ਉਹ ਦਾਨ ਦਿੱਤਾ ਜਾਂਦਾ ਸੀ। ਖਾਸ ਕਰਕੇ ਮੇਰੇ ਨਿਹਾਲ ਸਿੰਘ ਵਾਲਾ ਦੇ ਪਿੰਡ ਦੇ ਗਰੀਬ ਪਬਲਿਕ ਤੇ ਬਹੁਤ ਜ਼ਿਆਦਾ ਅਸਰ ਪੈ ਗਿਆ ਉਹਨਾਂ ਨੂੰ ਸਰੀਰ ਤਿਆਗਣ ਦੇ ਨਾਲ। ਕਿਉਂ? ਕੋਈ ਆਪਣੀ ਤਰੁੱਟੀ ਲੈ ਕੇ ਆਉਂਦਾ ਸੀ, ਮਜਬੂਰੀ ਲੈ ਕੇ ਆਉਂਦਾ ਸੀ, ਕਦੇ ਖਾਲੀ ਨਹੀਂ ਸੀ ਮੋੜਿਆ ਸੀ। ਸਰਪੰਚ ਸਾਹਿਬ ਨੇ ਐਡੀ ਨਿਮਰਤਾ ਦੇ ਨਾਲ ਗੱਲ ਕਰਕੇ ਉਸ ਬੰਦੇ ਦੀ ਝੋਲੀ ਦੇ ਵਿੱਚ ਜੋ ਸ਼ਰਧਾ ਹੁੰਦੀ ਸੀ ਪਾ ਕੇ ਉਸ ਨੂੰ ਵਾਪਸ ਕਰਦਾ ਸੀ। ਦੂਸਰਾ, ਸਰਪੰਚ ਬਣਿਆ ਸਾਡੇ ਨਗਰ ਦੀ ਸੰਮਤੀ ਦੇ ਨਾਲ ਚੁਣੇ ਗਏ ਖੇਤ ਬੈਠੇ। ਬੜੀ ਨਿਆਮਤ ਹੈ ਸਾਡੇ ਪਿੰਡ ਵਾਸਤੇ ਵੀ, ਜਿਨ੍ਹਾਂ ਨੇ ਬੜੀ ਸੋਚ ਐਡੀ ਵਧੀਆ ਬਣਾ ਕੇ ਇਸ ਨੂੰ ਚੁਣਿਆ ਸੀ ਤੇ ਬਹੁਤ ਜਿੰਨੇ ਵੀ ਕੰਮ ਕੀਤੇ ਇਸ ਸੋਚ ਦੇ ਨਾਲ ਉਸ ਨੂੰ ਚੁਣਿਆ ਕਰਕੇ ਉਹਨੇ ਕੋਈ ਪਾਰਟੀ ਪੱਖ ਦੀ ਗੱਲ ਨਹੀਂ ਕੀਤੀ ਨਗਰ ਦੇ ਵਿੱਚ। ਜਿਹੜਾ ਵੀ ਕੋਈ ਆ ਗਿਆ ਹਰੇਕ ਇਨਸਾਨ ਦੀ ਗੱਲ ਉਸਨੇ ਸੁਣੀ ਆ। ਦੂਸਰੀ ਗੱਲ, ਬੜੀ ਇਦੋਂ ਪਹਿਲਾਂ ਜਿਹੜੀ ਬਰੇਪਾ ਪੈਨਸ਼ਨ ਸੀ ਉਹ ਸਰਪੰਚ ਸਾਹਿਬ ਵੰਡਦੇ ਹੁੰਦੇ ਸੀ, ਹੁਣ ਤਾਂ ਬੈਂਕਾਂ ਦੇ ਰਾਹੀਂ ਹੋ ਗਈ। ਸਰਪੰਚ ਸਾਹਿਬ ਵੰਡਦੇ ਹੁੰਦੇ ਸੀ ਤੇ ਜਦੋਂ ਬਰੇਪਾ ਪੈਨਸ਼ਨ ਗਰੀਬ ਪਬਲਿਕ ਦੀ ਆਉਣੀ ਤੇ ਇਹਨਾਂ ਨੇ ਵੰਡਣੀ 20-25 ਮੰਜੇ ਚੰਗੇ ਵਧੀਆ ਵਿਹੜੇ ਦੇ ਵਿੱਚ ਡਾਉਣੇ, ਚਾਹ ਦੀ ਥਰਮੋਸ ਵਧੀਆ ਬਣਾ ਕੇ ਰੱਖਣੀ, ਗਲਾਸ ਰੱਖਦੇ ਨੇ ਤੇ ਪੈਨਸ਼ਨ ਵੰਡਣੀ ਇਹਨਾਂ ਨੇ ਪਬਲਿਕ ਵਾਸਤੇ। ਇੰਨਾ ਪ੍ਰਬੰਧ ਕਰਕੇ ਪਾਣੀ ਰੱਖਣਾ, ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਪਾਣੀ ਪੀ ਲੇ, ਕਿਸੇ ਨੂੰ ਚਾਹ ਦੀ ਜ਼ਰੂਰਤ ਆ ਚਾਹ ਪੀ ਲੇ। ਇਸ ਢੰਗ ਦੇ ਨਾਲ ਉਹ ਗਰੀਬ ਪਬਲਿਕ ਨੂੰ ਪੈਨਸ਼ਨ ਵੰਡਦੇ ਹੁੰਦੇ ਸੀ। ਮੇਰੇ ਸ਼ਹਿਰ ਦੇ ਸ਼ਾਹੂਕਾਰ ਆਏ, ਇੱਕ ਸ਼ੈੱਡ ਬਣਾਉਣਾ ਸੀ
ਸ਼ੈੱਡ ਵਾਸਤੇ ਇਹਨਾਂ ਦੇ ਕੋਲੇ ਉਹਨਾਂ ਨੇ ਫਰਿਆਦ ਕੀਤੀ, ਕੁਲਵੰਤ ਸਿੰਘ ਜੀ ਇੱਕ ਸ਼ੈੱਡ ਬਣਾਉਣਾ ਮੰਡੀ ਦੇ ਵਿੱਚ। ਆਂਦਾ ਜੀ ਬੜੀ ਖੁਸ਼ੀ ਦੀ ਗੱਲ ਹੈ, ਬਣਾਓ, ਬਹੁਤ ਖੁਸ਼ੀ ਦੀ ਗੱਲ ਹੈ, ਬਣਾਓ। ਤੇ ਆਂਦਾ ਜੀ 1 ਮਿੰਟ ਮੈਂ ਆ ਗਿਆ, ਮੈਨੂੰ ਅੰਦਰ ਜਾ ਜਾਣ ਦਿਓ। ਅੰਦਰ ਗਏ, 60,000 ਰੁਪਇਆ ਜੇਬ 'ਚ ਪਾ ਕੇ ਲਿਆ ਕੇ ਉਹਨਾਂ ਦੇ ਮੂਹਰੇ ਰੱਖਤਾ, ਲਓ ਜੀ ਬੜੀ ਉਹ ਸ਼ੈੱਡ ਦਾ ਕੰਮ ਸ਼ੁਰੂ ਕਰੋ। ਉਹ ਸ਼ਾਹੂਕਾਰ ਹੈਰਾਨਗੀ ਮੰਨ ਗਏ ਵੀ ਆਏ ਤਾਂ ਇਹਨਾਂ ਦੇ ਕੋਲੇ ਰਾਏ ਲੈਣ ਸੀ, ਇਹਨਾਂ ਨੇ ਤਾਂ ਪਹਿਲਾਂ ਹੀ ਨਿਉ ਬੰਨ੍ਹਤੀ ਸ਼ੈੱਡ ਦੀ, ਵੀ ਸ਼ੈੱਡ ਦੀ ਪਹਿਲਾਂ ਹੀ ਨਿਉ ਬੰਨ੍ਹਤੀ। ਇਸ ਕਰਕੇ ਉਹਨਾਂ ਦੀ ਜਿੰਨੀ ਵੀ ਸੋਚ ਸੀ, ਜਾਂ ਸਾਡੇ ਨਗਰ ਦੀ ਕੋਈ ਪਿੰਡ ਦੀ ਸਾਂਝੀ ਸੰਸਥਾ ਵਾਸਤੇ ਕੰਮ ਅਸੀਂ ਨਗਰ ਨੇ ਸ਼ੁਰੂ ਕਰਨਾ ਸੀ, ਤਾਂ ਸਭ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਤੋਂ ਸ਼ੁਰੂਆਤ ਹੁੰਦੀ ਸੀ ਗਰਾਹੀ ਦੀ। ਇਹਨਾਂ ਤੋਂ ਪਹਿਲਾਂ ਸਭ ਤੋਂ ਇਸ ਘਰ ਤੋਂ ਸ਼ੁਰੂ ਹੁੰਦੀ ਸੀ ਗਰਾਹੀ। ਦੂਸਰੀ ਗੱਲ, ਉਹਨਾਂ ਦਾ ਪਹਿਰਾਵਾ ਜਿਵੇਂ ਬਾਦਸ਼ਾਹੀ ਉਮਰ ਦੇ ਵਿੱਚ ਸੀ, ਜਿਹੜਾ ਉਹਨਾਂ ਦਾ ਪਹਿਰਾਵਾ ਸੀ ਬੜਾ ਨਰਮ ਰੂਪ ਦਾ ਸੀ। ਜੇਕਰ ਕਿਸੇ ਦੇ ਕੋਲੇ ਮਾੜੀ ਜਿਹੀ ਸ਼ਰਮਾਏਦਾਰੀ ਆ ਜਾਂਦੀ ਹੈ ਤਾਂ ਨਿਵਦਾ ਨਹੀਂ, ਕਿਧਰੇ ਮੁੱਛਾਂ ਨੂੰ ਵੱਟ, ਕਿਤੇ ਪੱਗ ਨੂੰ ਬੜੀ ਸਵਾਰਦਾ, ਪਰ ਉਹਨਾਂ ਨੇ ਸਾਦੇ ਰੂਪ ਦੇ ਵਿੱਚ ਰਹੇ, ਐਡੀ ਬਾਦਸ਼ਾਹੀ ਦੇ ਵਿੱਚ ਵੀ। ਤੇ ਪੱਗ ਦਾ ਲੜ ਕਈ ਵਾਰੀ ਇੱਥੋਂ ਲੰਕੜਾ ਹੁੰਦਾ ਸੀ ਉਹਨਾਂ ਦਾ। ਉਹਨਾਂ ਨੂੰ ਇਹੋ ਜਿਹੀ ਕੋਈ ਸ਼ਾਦੀ ਗਮ ਨਹੀਂ ਸੀ ਵੀ ਮੈਂ ਐਡਾ ਹੈ, ਕਿਉਂਕਿ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਮੰਡੀਲਾ, ਇਹਨਾਂ ਮੁਲਕਾਂ ਦਾ ਪਰਿਵਾਰ ਭਰਿਆ ਵਾ ਸੀ ਉਹਨਾਂ ਦਾ। ਉਹਨਾਂ ਦਾ ਪਰਿਵਾਰ ਦੇ ਨਾਲ ਭਰੇ ਹੋਇਆ ਇਹ ਮੁਲਕ, ਰਹਿائش ਦੇ ਨਾਲ। ਐਡੀ ਸ਼ਕਤੀ ਭਗਤੀ ਦਾ ਮਾਲਕ ਸੀ, ਉਹਨੂੰ ਕੋਈ ਇਹੋ ਜਿਹਾ ਮਾਣ ਹੀ ਨਹੀਂ ਸੀ ਵੀ ਮੈਂ ਕੀ ਆ। ਇੱਕ ਛੋਟਾ ਜਿਹਾ ਮੇਰੇ ਕੋਲ ਖੜੇ ਆਂਦਾ, ਯਾਰ ਆਪਾਂ ਕਦੇ ਵਿਕਰ ਸਿਆਂ ਇਸ ਲਾਈਨ ਦੇ ਵਿੱਚ ਤਾਂ ਆਏ ਨਹੀਂ, ਪਰ ਮੈਨੂੰ ਮਾੜਾ ਜਿਹਾ ਆਉਣਾ ਪਿਆ। ਤੇ ਸੁਖੀ ਨੇ ਕਿਹਾ ਦਾ ਪਾਪਾ ਜੀ ਜੇ ਤੁਸੀਂ ਇਸ ਲਾਈਨ 'ਚ ਪਾਉਂਗੇ ਤਾਂ ਤੁਹਾਨੂੰ ਬਾਹਰ ਅੰਦਰ ਵੀ ਫਿਰਨਾ ਪਊ। ਹੱਸਣ ਲੱਗ ਗਿਆ। ਆਲਾ ਚੰਗਾ ਸੁਖੀ, ਜੇ ਮੈਨੂੰ ਇਸ ਲਾਈਨ 'ਚ ਪਾਉਣਾ ਪਊ ਨਾ, ਮੈਨੂੰ ਕੱਢਵੀਂ ਜੁੱਤੀ ਲਿਆ ਕੇ ਦੇਈ ਵਧੀਆ, ਫਿਰ ਮੈਂ ਪਾ ਕੇ ਜਾਇਆ ਕਰੂੰਗਾ। ਸਰਦਾਰ ਕੁਲਵੰਤ ਸਿੰਘ ਜੀ ਤੇ ਆ ਜਿਹੜੀ ਸੰਗਤ ਬੈਠੀ ਆ, ਸੰਗਤ ਤੇ ਮੈਂ ਇੱਕ ਫੌਜ ਦੇ ਨਾਤੇ ਤੇ ਗੱਲ ਕਰਦਾ। ਫਸਟ ਆਰਮਸ ਡਿਪ ਸੀ ਜਦੋਂ ਅਸੀਂ ਸਰਵਿਸ ਕਰਦੇ ਸੀ। ਫਸਟ ਆਰਮਸ ਡਿਪ ਦੀ 75 ਘੰਟੇ ਦੇ ਵਿੱਚ ਜਿਹੜੀ ਪਹਿਲੀ ਗੱਡੀ ਚੱਲ ਪਈ, ਲਾਸਟ ਗੱਡੀ ਨੂੰ 75 ਘੰਟਿਆਂ ਬਾਅਦ ਵਾਰੀ ਆਉਂਦੀ ਸੀ ਤੁਰਨ ਦੀ। ਤੇ ਉਹੀ ਗੱਲ ਅੱਜ ਮੈਂ ਇਸ ਘਰ ਦੇ ਵਿੱਚ ਦੇਖਦਾ ਕਿ ਜਿਉਂ ਸੁਬਾਹ ਤੋਂ ਨਿਮਸਕਾਰ ਕਰਨ ਲੱਗੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਨੂੰ ਸੰਗਤ ਲਾਸਟ ਟਾਈਮ ਤੱਕ ਲੜੀ ਨਹੀਂ ਟੁੱਟੀ ਗਈ। ਜਿਵੇਂ ਉਹ ਫਸਟ ਆਰਮਸ ਡਿਪ ਨੂੰ 75 ਘੰਟਿਆਂ ਦੇ ਵਿੱਚ ਲੈ ਹੁੰਦਾ ਸੀ, ਇਸ ਢੰਗ ਦੇ ਨਾਲ ਸੰਗਤ ਉਹਨਾਂ ਦੇ ਅਫਸੋਸ ਤੇ ਆਉਣ ਤੇ ਲਾਈਨ ਨਹੀਂ ਟੁੱਟੀ ਸੰਗਤ ਦੀ। ਬਾਕੀ ਇੱਕ ਹੋਰ ਗੱਲ ਆ ਮੇਰੀ ਛੋਟੀ ਜੀ, ਸਾਡੇ ਛੱਪੜ ਦਾ ਪਾਣੀ ਬਾਹਰ ਨਹੀਂ ਸੀ ਨਿਕਲਦਾ ਤੇ ਸਰਪੰਚ ਸੀ ਤੇ ਮੈਂ ਕਿਹਾ ਜੀ ਸਰਪੰਚ ਸਾਹਿਬ ਪਾਣੀ ਨਹੀਂ ਨਿਕਲਦਾ, ਕੋਈ ਇੰਜਣ ਜਾਂ ਲਾਤਾ, ਪਹਿਲਾਂ ਤਾਂ ਡੀਜ਼ਲ ਦੇ ਪੈਸੇ ਨਹੀਂ ਇਕੱਠੇ ਹੁੰਦੇ ਤੇ ਉਹ ਪਾਣੀ ਕਿਵੇਂ ਕੱਢਾਂਗੇ। ਮੈਨੂੰ ਉਹਦਾ ਕੋਈ ਨਹੀਂ ਪੁੱਤ ਘਬਰਾ ਨਾ, ਆਂਦਾ ਆਪਾਂ ਆਪਣੀ ਮੋਟਰ ਲਵਾ ਦਿੰਨੇ ਉੱਥੇ। ਮੈਂ ਕਿਹਾ ਜੀ ਫਿਰ ਤਾਂ ਪੁੱਛਣੇ ਕੀ ਹੈ। ਇੱਥੋਂ ਘਰੋਂ ਮੋਟਰ ਚਕਾਈ, ਇੱਕ ਨਵੇਂ ਪੈਸੇ ਦਾ ਉੱਥੇ ਖਰਚ ਨਹੀਂ ਆਉਣ ਦਿੱਤਾ। ਜੋ ਵੀ ਉਹ ਮੋਟਰ ਤੇ ਖਰਚਾ ਆਇਆ ਸਰਦਾਰ ਕੁਲਵੰਤ ਸਿੰਘ ਨੇ ਆਪਣੇ ਘਰੋਂ ਕੀਤਾ ਤੇ ਅੱਜ ਵੀ ਉਹ ਮੋਟਰ ਚੱਲ ਰਹੀ ਹੈ। ਅੱਜ ਵੀ ਉਹ ਮੋਟਰ ਚੱਲ ਰਹੀ ਹੈ। ਇਹ ਛੱਪੜ ਵੀ ਉਧਰਲੇ ਵੀ ਇੱਕ ਵਾਟਰ ਬਾਕਸ ਹੈ ਜਿਹੜਾ ਸਾਡੇ ਪਿੰਡ ਦਾ, ਉਹਦੀ ਮੋਟਰ ਵੀ ਸਰਦਾਰ ਕੁਲਵੰਤ ਸਿੰਘ ਦੀ ਆਪਦੇ ਹੱਥਾਂ ਦੀ ਘਰ ਦੀ ਕਮਾਈ ਤੋਂ ਚੱਲ ਰਹੀ ਹੈ। ਜਦੋਂ ਇਹ ਜੇ ਲਾਇਕ ਬੰਦੇ ਕਰਮਾਂ ਨਾਲ ਆਉਂਦੇ ਦੁਨੀਆ ਤੇ, ਸਾਧ ਮਹਾਪੁਰਸ਼ ਰੂਪ ਸੀ ਉਹ। ਇਹ ਪਿੰਡ ਆਉਂਦੇ ਆ, ਦੇਖਦੇ ਵੀ ਆ। ਸਭ ਤੋਂ ਪਹਿਲਾਂ ਇਹ
ਇਸ ਪਰਿਵਾਰ ਦੀ ਸਰਦਾਰ ਕੁਲਵੰਤ ਸਿੰਘ ਦੇ ਤਾਇਆ ਜੀ ਪੂਰਨ ਸਿੰਘ ਜੋ ਮੰਡੀਲਾ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਯਾਦ ਵਿੱਚ ਗੁਰੂ ਘਰ ਦਾ ਕਮਰਾ ਸਭ ਤੋਂ ਪਹਿਲਾਂ ਇਹਨਾਂ ਨੇ ਮੁਹੂਰਤ ਕੀਤੀ। ਦੂਸਰੀ ਗੱਲ, ਜੋ ਸਾਡੇ ਨਗਰ ਦੀ ਧਰਮਸ਼ਾਲਾ ਹੈ ਸੀ ਪਹਿਲਾਂ, ਉਸੇ ਦੇ ਉੱਪਰ ਇੱਕ ਚੁਬਾਰਾ ਪਾ ਕੇ ਗੁਰਦੁਆਰਾ ਬਣਾਇਆ ਵਾ ਸੀ। ਉਹ ਸਰਦਾਰ ਪੂਰਨ ਸਿੰਘ ਨੇ ਉਸ ਟਾਈਮ ਤੇ ਪਬਲਿਕ ਦੇ ਕੋਲੇ ਪੈਸੇ ਦੀ ਬਹੁਤ ਘਾਟ ਹੁੰਦੀ ਸੀ ਤੇ ਉਹ ਮੰਡੀਲਾ 'ਚ ਰਹਿੰਦੇ ਸੀ ਬਜ਼ੁਰਗ ਸਰਦਾਰ ਪੂਰਨ ਸਿੰਘ। ਉਹਨਾਂ ਨੇ ਮੰਡੀਲਾ 'ਚੋਂ ਪੈਸੇ ਭੇਜੇ। ਸਭ ਤੋਂ ਪਹਿਲਾਂ ਜਿਹੜੀ ਇਹ ਧਰਮਸ਼ਾਲਾ ਦੀ ਨਿਉਂ ਰੱਖੀ ਗਈ ਤਾਂ ਸਰਦਾਰ ਪੂਰਨ ਸਿੰਘ ਨੇ ਰਖਾਈ ਸੀ। ਗੁਰਦੁਆਰਾ ਪਿੰਡ ਵਾਲਾ ਬਣਿਆ ਤਾਂ ਸਰਦਾਰ ਕੁਲਵੰਤ ਸਿੰਘ ਨੇ ਆਪਦੇ ਪਿਤਾ ਜੀ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਪੂਰਨ ਸਿੰਘ ਜੀ ਦੀ ਇਜਾਜ਼ਤ ਵਿੱਚ 4 ਲੱਖ ਰੁਪਇਆ ਇਹਨਾਂ ਦੇ ਨਾਂ ਤੇ ਗੁਰੂ ਘਰ ਦੇ ਵਿੱਚ ਸੇਵਾ ਦਿੱਤੀ ਦੋਨਾਂ ਭਰਾਵਾਂ ਦੀ। ਸਤਿ ਸ੍ਰੀ ਅਕਾਲ। ਕੁਲਵੰਤ ਸਿੰਘ ਜੀ ਦਾ ਸਭ ਤੋਂ ਵੱਡਾ ਰੋਲ ਆ ਜਗ੍ਹਾ ਜਿਹੜੀ ਗੁਰੂ ਘਰ ਦੀ ਦੁਬਾਰਾ ਲੈ ਕੇ ਖੁੱਲ੍ਹਾ ਬਣਾਇਆ ਗਿਆ, ਉਹਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਹੈ। ਤੇ ਬਾਕੀ ਮੈਂ ਤਾਂ ਆਪਦੇ ਵੱਲ ਦੇਖਣਾ, ਮੈਨੂੰ ਉਹਨਾਂ ਨੇ 12 ਸਾਲ ਸਕੂਲ ਦੀ ਚੌਕੀਦਾਰਾ ਕਰਾਇਆ ਤੇ ਸਕੂਲ ਦੀ ਜਿਹੜੀ ਬਿਲਡਿੰਗ ਬਣੀ ਆ ਉਹਦੇ ਵਿੱਚ ਵੀ ਸਭ ਤੋਂ ਵੱਡਾ ਯੋਗ ਹੈ ਇਹਨਾਂ ਦਾ। ਅੱਜ ਮੈਂ ਕੋਈ ਵਡਿਆਈ ਨਹੀਂ ਕਰਦਾ ਉਹਦੀ, ਪ੍ਰਧਾਨ ਸੀਗੇ ਇਹਨਾਂ ਦੇ ਵੱਡੇ ਭਾਈ ਸਕੂਲ ਦੇ, ਇਸ ਕਰਕੇ ਇੰਨੀਆਂ ਕੁ ਗੱਲਾਂ ਕਰਦਾ। ਮੈਂ ਸਾਧ ਸੰਗਤ ਤੋਂ ਮਾਫੀ ਮੰਗਦਾ, ਮਾਫ ਕਰਨਾ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਕੀ ਫਤਿਹ। ਹਾਂਜੀ, ਇਹ ਸਨ ਸਰਦਾਰ ਫਕਰ ਸਿੰਘ ਜੀ, ਜਿਨ੍ਹਾਂ ਨੇ ਸਰਦਾਰ ਕੁਲਵੰਤ ਸਿੰਘ ਜੀ ਬਾਰੇ, ਉਹਨਾਂ ਦੇ ਜੀਵਨ ਬਾਰੇ ਦੱਸਿਆ। ਮੈਂ ਸਰਦਾਰ ਮਹੇਸ਼ਿੰਦਰ ਸਿੰਘ ਜੀ ਨੂੰ ਬੁਲਾਉਣ ਤੋਂ ਪਹਿਲਾਂ ਜਿਹੜੇ ਬੁਲਾਰੇ ਆ ਉਹਨਾਂ ਤੋਂ ਮਾਫੀ ਮੰਗਦਾ। ਸਾਡੇ ਦਰਮਿਆਨ ਹਾਜ਼ਰੀ ਲਵਾ ਕੇ ਗਏ ਨੇ ਸਰਦਾਰ ਜਗਦੀਪ ਸਿੰਘ ਜੀ ਗੱਡਾ, ਪ੍ਰਧਾਨ ਯੂਥ ਅਕਾਲੀ ਦਲ, ਸਰਦਾਰ ਅਜੀਤ ਸਿੰਘ ਜੀ ਸ਼ਾਂਤ ਸਾਬਕਾ MLA, ਉਹ ਸਾਡੇ ਦਰਮਿਆਨ ਹੈ। ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਸਕੇ। ਇੰਦਰਜੀਤ ਗਰਗ ਜੋਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਉਹ ਵੀ ਹਾਜ਼ਰੀ ਲਵਾ ਕੇ ਗਏ ਆ। ਸਰਦਾਰ ਹਰੀ ਸਿੰਘ ਖਾਈ ਪ੍ਰਧਾਨ ਜਾਟ ਮਹਾਸਭਾ, ਪ੍ਰਧਾਨ ਰੂਪਲਾਲ ਜੀ ਮਿੱਤਲ, MLA ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ ਨੰਬਰਦਾਰ ਨਿਹਾਲ ਸਿੰਘ ਵਾਲਾ, ਸਰਦਾਰ ਜਗਦੀਸ਼ ਸਿੰਘ ਜੀ ਦੀਸ਼ਾ ਸਰਪੰਚ ਰੋਡੇ, ਸਰਦਾਰ ਕੁਲਦੀਪ ਸਿੰਘ ਜੀ ਪੱਟੀ, ਸਰਦਾਰ ਧਰਮਪਾਲ ਸਿੰਘ ਜੀ DP ਨਿਹਾਲ ਸਿੰਘ ਵਾਲਾ, ਅਖਤੂਪੁਰਾ ਸਾਹਿਬ ਦੇ ਮੈਨੇਜਰ ਸਾਹਿਬ, ਸਰਦਾਰ ਭੋਲਾ ਸਿੰਘ ਜੀ ਸਰਪੰਚ ਰਾਮੂ ਵਾਲਾ, ਸਰਦਾਰ ਹਰਜੀਤ ਸਿੰਘ ਜੀ ਪੰਚ ਰਾਮੂ ਵਾਲਾ, ਸਰਦਾਰ ਸੁਖਮੰਦਰ ਸਿੰਘ ਜੀ ਪੰਚ, ਸਰਦਾਰ ਗੁਰਪ੍ਰੀਤ ਸਿੰਘ ਜੀ ਆੜਤੀਆ ਰਾਮੂ ਵਾਲਾ, ਸਰਦਾਰ ਇੰਦਰਜੀਤ ਸਿੰਘ ਜੱਗਾ ਭੋਡੀਪੁਰਾ, ਸਰਦਾਰ ਪ੍ਰਗਟ ਸਿੰਘ ਫੈਡਰੇਸ਼ਨ ਪ੍ਰਧਾਨ ਭੋਡੀਪੁਰਾ, ਸਰਦਾਰ ਗੁਰਵਿੰਦਰ ਸਿੰਘ ਦੌਲਤਪੁਰਾ ਚੇਅਰਮੈਨ ਬਲਾਕ ਸੰਮਤੀ, ਸਰਦਾਰ ਪ੍ਰੀਤਮ ਸਿੰਘ ਜੀ ਕੁੱਸਾ, ਸਰਪੰਚ ਕਾਮਰੇਡ ਮੰਗਤ ਰਾਏ ਜੀ। ਸੋ ਸਾਰਿਆਂ ਨੂੰ ਹੱਥ ਜੋੜ ਕੇ ਮੈਂ ਮਾਫੀ ਚਾਹੁੰਦਾ। ਇੱਕ ਐਲਾਨ ਆ ਜਿਹੜਾ ਉਹਨਾਂ ਦੇ ਬੇਟੇ ਸਰਦਾਰ ਰਣਜੀਤ ਸਿੰਘ ਜੀ ਵੱਲੋਂ ਇੱਕ ਟਰਸਟ ਆ ਜਿਹੜਾ ਉਹਨਾਂ ਨੇ ਬਣਾਇਆ, ਉਹ ਮਹੇਸ਼ਿੰਦਰ ਸਿੰਘ ਜੀ ਦੇ ਬੋਲਣ ਤੋਂ ਬਾਅਦ ਤੁਹਾਡੇ ਨਾਲ ਸਾਂਝੇ ਕਰਨਗੇ ਉਹਦੇ ਬਾਰੇ। ਤਾਂ ਹੁਣ ਮੈਂ ਬੇਨਤੀ ਕਰਦਾ ਸਾਬਕਾ MLA ਸਰਦਾਰ ਮਹੇਸ਼ਿੰਦਰ ਸਿੰਘ ਜੀ ਨੂੰ ਕਿ ਉਹ ਮਾਈਕ ਤੇ ਆਉਣ ਤੇ ਸਰਦਾਰ ਕੁਲਵੰਤ ਸਿੰਘ ਜੀ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਨ। श्री गुरु ग्रंथ साहब जी महाराज के पावन ताबे विराजमान गुरु प्यारी गुरु सारी साध संगत जी, आओ फतेह की सांझ करिए। वाहेगुरु जी का खालसा वाहेगुरु जी की फतेह।
मैथों पहला गुरु साहब ने, वजीर साहब ने, स्टेट सैकटरी साहब ने और साडे नगर के सर बिकर सिंह होरां ने, मेरे सत्कारयोग चाचा जी सर कुलवंत सिंह जी धालीवाल साहब, सरपंच साहब, उन्होंने मुतलक उन्होंने जिंदगी किहो जी सी, वो दरवेश सी, नेक नीति वाले सी, निमरता नाल लोकां नाल विचरण वाले सी, समाज सेवी सी, दरवेश सुभाਅ दे सी। ये सारिया गल्लां तुहाडे नाल ओह करके गए ने, मैं उन्होंने तारीफ करदा। कोई इन्हां गल्लां दे धारनी सन, इन्हां गल्लां दे हकदार सन जो सारे बुलारियां ने उन्होंने संबंध च कईयां जो सर बिकर सिंह होरां ने जिक्र किया, मेरे जन्म तो भी पहला, मुल्क की आज़ादी तो भी शायद पहला, जो साडे नगर का गुरुद्वारा होंद च आया तो गुरुद्वारे साहब की इमारत च बहुत वड्डा हिस्सा इस खानदान का, इस परिवार का ते धालीवाल खानदान का। जदों गुरुद्वारा साहब की नवी इमारत बनी, वो भी इन्हां दा गुरु घर नाल लगाव होने करके वड्डा हिस्सा इन्हां के इस खानदान ने पाया। जिस गुरुद्वारे की सेवा भाई बिकर सिंह होरां कोले है मदेके रोड ते, ਉਹਦੇ ਚ भी वड्डा हिस्सा ते वड्डी हिम्मत ते हौसला सत्कारयोग सर कुलवंत सिंह होरां दे कहण ते वो भी होंद च आया। उन्हां दी शराफत करके, उन्हां दी सांझी उच्ची ते सुच्ची सोच करके, उन्हां दी जिंदगी दे वधिया आदर्श ते लक्ष्य करके जदों समूचे नगर ने, सारी मंडी दे सारे पिंड ने फैसला किया कि ਜਿਹੜੀਆਂ ਭਾਈਚਾਰੇ ਦੀਆਂ ਚੋਣਾਂ ਇਹਦੇ ਚ ਮਨ ਮੁਟਾਵ ਹੋ ਜਾਂਦੇ, ਕਿਸੇ ਪੱਤੀ ਨੇ ਕਿਸੇ ਨੂੰ ਵੋਟ ਪਾਤੀ, ਕਿਸੇ ਨੇ ਕਿਸੇ ਨੂੰ ਪਾਤੀ, ਤੇ ਰੋਜ਼ ਖੁਸ਼ੀ ਗਮੀ ਤੇ ਆਪਾਂ ਇਕੱਠੇ ਹੁੰਦੇ ਆ, ਪਰ ਅੱਖ ਨਹੀਂ ਰਲਦੀ। ਤੇ ਸਾਰੇ ਨਗਰ ਨੇ ਇੱਕ ਮਨ ਇੱਕ ਚਿੱਤ ਹੋ ਕੇ ਫੈਸਲਾ ਕੀਤਾ ਕਿ ਸਰ ਕੁਲਵੰਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ। ਤੇ ਮੈਂ ਗੁਰੂ ਮਹਾਰਾਜ ਦੀ ਦਾਬਾ ਚ ਖਲੋ ਕੇ ਕਹਿੰਦਾ ਕਿ ਸਰ ਕੁਲਵੰਤ ਸਿੰਘ ਉਸ ਤੋਂ ਭਾਈਦੇ ਸੀ। फिर उन्होंने माता जी साडे बेबे जी होरां नूं बेनती की कि पंचायत आई है नगर की, उन्होंने तको ना तुस। उन्होंने कहण ते फिर सर कुलवंत सिंह ने कहा कि मेरी माता ने मैनूं कहा मैं ये गल मन लेना, तो बहुत नेक नीति नाल, बहुत शराफत नाल, बहुत हलीमी नाल उन्होंने नगर की सेवा की। और मैं महसूस करता कि उन्होंने कच्चे रेते ते पैड़ा कीतियां जिन्होंने समय दीयां हनेरियां मेट नहीं सकदियां। जिवें मैथों पहला बुलारियां ने जिक्र किया उन्होंने नेक नीति बारे, उन्होंने कीते कामां बारे, वो बहुत लंबे समय तक जदों तक नगर रहेगा सर कुलवंत सिंह की याद स्थिर रहेगी। एक छोटी जी बेनती थोड़े सारे नाल होर करनी, जो गुरु गोबिंद सिंह महाराज साहब दी साखियां च वर्णन मिलता। कलगीधर पिता पौंटा साहब की धरती से बैठे आपके कवियों नाल गोष्ठी कर रहे सन। उन्होंने कवियों को सवाल किया कि दुनिया च उत्तम मनुख किहड़ा है। बहुत सारे कलगीधर पिता को जवाब आए उन्होंने कवियों के, लेकिन उन्होंने सहमत ना होए मेरे पातशाह। तो उन्होंने फिर आपके मुखारबन तो आपके सवाल का जो आप जवाब दिता, उन्होंने कहा कि जो इंसान जो मर्द पर वो पंचायत खलो के गलत को गलत ते ठीक को ठीक कहने की हिम्मत रखता हो, वो उत्तम मनुख होंगे। तो मैं बहुत जिम्मेवारी नाल थोड़े चरणों च खलो के श्री गुरु ग्रंथ साहब महाराज साहब की ताबे च खलो के कह सकते हैं कि मेरे सत्कारयोग चाचा जी उत्तम मनुख सन। उस शख्सियत के गुण सी कि जिथे गलत उन्होंने गलत कहने का, जिथे कोई ठीक है उन्होंने ठीक कहने का। कि मान दे इस नगर किसी ने मिले तो सर कुलवंत सिंह को मिले। मैं थोड़े जे शब्दों के नाल उन्होंने याद करता होया थोड़े साल रल के उन्होंने श्रद्धा सुमन भेंट करता कि मेरे मालिक उन्होंने आपके चरणों के निवास स्थान बख्शो, पिछले परिवार को भाड़ा मनण की हिम्मत ते हौसला बख्शो। और नाल बेनती करता कि जिहड़े जिंदगी के उन्होंने गुण सी, उन्होंने जिंदगी के उच्चे आदर्श के लक्ष्य सी, तुसीं साडे सारे नगर के सारे समाज भरो, असीं एक निग्गर ते नरोए समाज की सिरजना कर सकीए। इन्ना कह के क्षमा लेना। वाहिगुरू जी का खालसा, वाहिगुरू जी की फतेह। ये सन महेशिंਦਰ ਸਿੰਘ जी। कुछ
ਜਿਹੜੇ ਸੰਸਥਾਵਾਂ ਨੇ, ਧਾਰਮਿਕ ਸਾਰੀਆਂ ਸੰਸਥਾਵਾਂ ਔਰ ਸਮਾਜਿਕ ਸੰਸਥਾਵਾਂ, ਉਹਨਾਂ ਦੇ ਲਈ ਪਰਿਵਾਰ ਵੱਲੋਂ ਜਿਹੜਾ ਨਾਮ ਆਏਗਾ, ਜਿਹੜੇ ਉਹਨਾਂ ਦੇ ਮੁਖੀ ਨੇ ਜਾਂ ਪ੍ਰਬੰਧਕ ਨੇ ਜਾਂ ਉਸ ਸੰਸਥਾ ਦੇ ਨਾਲ ਤਾਲਮੇਲ ਰੱਖਦੇ ਆ, ਉਹ ਆਪਦਾ ਇਹ ਭੇਟਾ ਜਿਹੜੀ ਉਹ ਲੈ ਕੇ ਜਾਣ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 5100 ਰੁਪਇਆ। ਜੇ ਕੋਈ ਇੱਥੇ ਮੌਜੂਦ ਹੈ ਤਾਂ ਨਾਲ ਦੀ ਨਾਲ ਪ੍ਰਾਪਤ ਕਰ ਸਕਦੇ ਆ, ਨਹੀਂ ਤਾਂ ਬਾਅਦ ਦੇ ਵਿੱਚ ਉਹ ਆਪਦੀ ਭੇਟਾ ਜਿਹੜੀ ਉਹ ਲੈ ਜਾਣ। ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਨਿਹਾਲ ਸਿੰਘ ਵਾਲਾ, ਗੁਰਦੁਆਰਾ ਸੇਵਾਸਰ, ਇਹ 5100 ਰੁਪਇਆ ਸਾਰੀਆਂ ਸੰਸਥਾਵਾਂ ਦੇ ਲਈ ਆ। ਗੁਰਦੁਆਰਾ ਨਾਨਕਸਰ ਨਿਹਾਲ ਸਿੰਘ ਵਾਲਾ, ਗੁਰਦੁਆਰਾ ਨਿਹੰਗ ਸਿੰਘ ਨਿਹਾਲ ਸਿੰਘ ਵਾਲਾ, ਗੁਰਦੁਆਰਾ ਬਾਬਾ ਜੀਵਨ ਸਿੰਘ ਧੰਮਾ ਬਸਤੀ, ਗੁਰਦੁਆਰਾ ਪਾਕਾ ਸਾਹਿਬ ਮਧੇਕੇ, ਗੁਰਦੁਆਰਾ ਤਖਤੂਪੁਰਾ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ ਦੇਵੀ ਵਾਲਾ, ਸ਼ਿਵ ਗੌਰਾ ਮੰਦਿਰ, ਸ਼ਿਵ ਸ਼ਕਤੀ ਮੰਦਿਰ, ਰਾਧਾ ਕ੍ਰਿਸ਼ਨ ਮੰਦਿਰ, ਬਾਲਾ ਜੀ ਮੰਦਿਰ, ਜੈਨ ਭਵਨ, ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ, ਰਾਮਬਾਗ ਨਿਹਾਲ ਸਿੰਘ ਵਾਲਾ, ਮਸਜਿਦ ਹੈ ਜੋ ਪੱਤੋ ਰੋਡ ਤੇ ਬਣੀ, ਉਹਦੇ ਲਈ 5100 ਰੁਪਇਆ। ਚਰਚ ਹੈ ਜਿਹੜੀ, ਉਹਦੇ ਲਈ 5100 ਰੁਪਇਆ। ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਊਸ਼ਾਲਾ ਮੰਡੀ ਨਿਹਾਲ ਸਿੰਘ ਵਾਲਾ, ਗਊਸ਼ਾਲਾ ਬਾਬਾ ਸਰਸਵਤੀ ਦਾਸ, ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਲਈ। ਇਹਨਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਜਿਨ੍ਹਾਂ ਦੇ ਮੈਂ ਨਾਮ ਬੋਲੇ ਆ, 5100 ਰੁਪਇਆ ਜਿਹੜਾ ਉਹ ਪਰਿਵਾਰ ਵੱਲੋਂ ਦਾਨ ਭੇਟਾ ਜਿਹੜੀ ਦਿੱਤੀ ਗਈ ਹੈ। ਇਹਨਾਂ ਦੇ ਪ੍ਰਬੰਧਕ ਨੇ ਜੋ ਪਰਿਵਾਰ ਪਾਸੋਂ ਇਹ ਭੇਟਾ ਜਿਹੜੀ ਉਹ ਪ੍ਰਾਪਤ ਕਰ ਲੈਣ। ਸਰਦਾਰ ਰਣਜੀਤ ਸਿੰਘ ਜੀ ਨੂੰ, ਜੋ ਸਰਪੰਚ ਸਾਹਿਬ ਜੀ ਦੇ ਛੋਟੇ ਬੇਟੇ ਨੇ, ਜਦੋਂ ਮੈਂ ਕੱਲ ਬੋਲਣਾ ਸੀਗਾ ਉਹਦੀ ਤਿਆਰੀ ਦੇ ਸੰਬੰਧ ਦੇ ਵਿੱਚ ਇਹਨਾਂ ਨਾਲ ਆ ਕੇ ਗੱਲ ਕੀਤੀ। ਮੈਂ ਗੱਲ ਤਾਂ ਇੱਥੇ ਕਰਨੀ ਚਾਹੂੰਗਾ ਕਿਉਂਕਿ ਜਿਸ ਤਰ੍ਹਾਂ ਦੀ ਪਿਰਤ ਸਰਦਾਰ ਕੁਲਵੰਤ ਸਿੰਘ ਜੀ ਪਾ ਕੇ ਗਏ ਆ, ਇਹਨਾਂ ਬੱਚਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਜਿਹੜੀ ਰੀਤ ਆ ਉਹ ਅੱਗੇ ਵੱਧ ਰਹੀ ਆ। ਮੈਂ ਕਿਹਾ ਵੀ ਮੈਨੂੰ ਤੁਹਾਡੇ ਭੈਣਾਂ ਭਰਾਵਾਂ ਦੇ ਨਾਮ ਲਿਖਾ ਦਿਓ। ਕਹਿੰਦੇ ਲਿਖ ਲਓ ਜੀ। ਮੈਂ ਕਿਹਾ ਵੀ ਕਿੰਨੇ ਭੈਣ ਭਰਾਂਗੇ? ਕਹਿੰਦੇ 12 ਗੇ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਲੱਗਿਆ ਸੀ ਕਿ ਤੁਸੀਂ 3 ਭਰਾ ਹੀ ਆ। ਕਹਿੰਦੇ ਨਹੀਂ, ਸਾਡੇ ਸਾਰੇ ਭਰਾ ਜਿਹੜੇ ਹੈਗੇ ਆ ਅਸੀਂ 12 ਹੀ ਕਹਿੰਦੇ ਆ। ਸੋ ਇਹ ਗੱਲ ਹੈ ਜਿੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਸੁਵਿਧਾ ਜੋ ਸਿੱਖਿਆ ਉਹਨਾਂ ਨੇ ਦਿੱਤੀ ਆ ਔਰ ਉਸੇ ਪਰਿਵਾਰ ਦੀ ਇੱਕ ਜੁਟਤਾ ਨੂੰ ਦਰਸਾਉਂਦਾ ਹੋਇਆ ਜੋ ਇਹਨਾਂ ਨੇ ਟਰਸਟ ਆ ਜਿਹੜਾ ਹੈਗਾ ਜਿਨ੍ਹਾਂ ਦਾ ਐਲਾਨ ਕਰਨਾ ਸਰਦਾਰ ਰਣਜੀਤ ਸਿੰਘ ਜੀ ਤੁਹਾਡੇ ਨਾਲ ਸਾਂਝੇ ਕਰਨਗੇ। ਮੈਂ ਬੇਨਤੀ ਕਰਦਾ ਸਰਦਾਰ ਰਣਜੀਤ ਸਿੰਘ ਜੀ ਨੂੰ ਕਿ ਉਸ ਟਰਸਟ ਬਾਰੇ ਉਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਔਰ ਆਈਆਂ ਹੋਈਆਂ ਸੰਗਤਾਂ ਜਿਹੜੀਆਂ ਉਹਨਾਂ ਦਾ ਧੰਨਵਾਦ ਵੀ ਕਰਨ। ਸਰਦਾਰ ਰਣਜੀਤ ਸਿੰਘ। ਵਾਹਿਗੁਰੂ 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 ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ, ਆਓ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਰਸਮ ਨੂੰ ਪਵਿੱਤਰ ਕਰਨਾ। ਕੋਈ ਵੀ ਰਸਮ ਵਾਂਝੀ ਨਾ ਰਵੇ। ਸਾਰੇ ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮਾਫ ਕਰਨਾ, ਕਈ ਵਾਰੀ ਜਦੋਂ ਇੰਡੀਆ ਚਾਹੀਦਾ, ਪੰਜਾਬ ਚਾਹੀਦਾ ਤਾਂ ਬੇਨਤੀ ਸਾਨੂੰ ਦੁਬਾਰਾ ਕਰਨੀ ਪੈਂਦੀ ਹੈ ਕਿ ਜਿਸ ਨੂੰ ਬੋਲ ਕੇ ਅਸੀਂ ਧਰਨਾ, ਜਿਹੜਾ ਪਰਮਾਤਮਾ ਦਾ ਨਾਮ ਜੋ ਜਪ ਕੇ ਜਾਂ ਬੋਲ ਕੇ ਆਪਾਂ ਧਰਨਾ, ਉਹਦੇ ਵਿੱਚ ਸਾਧ ਸੰਗਤ ਜੀ ਕਦੇ ਵੀ ਢਿੱਲ ਨਾ ਕਰਿਆ ਕਰੋ। ਵਾਹਿਗੁਰੂ ਬੋਲਾਂਗੇ, ਰਸਨਾ ਪਵਿੱਤਰ ਹੋਊਗੀ,
ਉਂਝ ਦੇਖੋ ਆਪਾਂ ਪੰਜਾਬੀ ਜਿਹੜੇ ਆਪਾਂ ਕੋਈ ਗੱਲਾਂ ਬਾਤਾਂ ਕਰਦੇ ਹਾਂ, ਕਿੱਥੋਂ ਤੱਕ ਆਪਾਂ ਚਲੇ ਜਾਂਦੇ ਹਾਂ। ਚਲੋ ਅੱਜ ਸਮਾਂ ਨਹੀਂ ਇਹ, ਕਿਤੇ ਮਹਾਰਾਜ ਨੇ ਸਮਾਂ ਫਿਰ ਬਖਸ਼ਿਆ, ਇਸ ਤੇ ਵਿਚਾਰ ਕਰਾਂਗੇ। ਪਰ ਸਾਧ ਸੰਗਤ ਜੀ, ਸਾਰੇ ਹਾਜ਼ਰੀ ਲਓ ਮਹਾਰਾਜ ਦੇ ਦਰ ਤੇ, ਸਾਰੇ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਪਹਿਲਾਂ ਤਾਂ ਕੋਟਾਨ ਕੋਟ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਸ ਤੋਂ ਬਾਅਦ ਆਪ ਸਾਰੀ ਸਮੂਹ ਸਾਧ ਸੰਗਤ ਦਾ, ਮਹਾਂਪੁਰਸ਼ਾਂ ਦਾ, ਜੋ ਵੀ ਪਤਵੰਤੇ ਸੱਜਣ ਆਏ ਦੂਰੋਂ ਨੇੜੋਂ ਚੱਲ ਕੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਕਈ ਸੋਚਦੇ ਹੋਣਗੇ ਵੀ ਕੀ ਗੱਲ ਹੈ, ਪਰਿਵਾਰ ਦੇ ਮੈਂਬਰ ਆ ਕੇ ਲਾਈਨ ਦੇ ਵਿੱਚ ਖੜ ਗਏ ਆ। ਅਸੀਂ ਸਾਧ ਸੰਗਤ ਜੀ ਤੁਹਾਡੇ ਤੋਂ ਇਹੀ ਅਸੀਸ ਮੰਗਣੀ ਆ ਕਿ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਦਾ ਆਪਸ ਵਿੱਚ ਪਿਆਰ ਹੈ ਨਾ, ਵੀ ਅਰਦਾਸ ਕਰਿਓ ਮਹਾਰਾਜ ਜੀ ਸਾਡੇ ਤੋਂ ਉਸ ਤੋਂ ਵੀ ਭੋਰਾ ਵੱਧ ਕੇ ਸਾਡੇ 'ਚ ਪਿਆਰ ਬਣਿਆ ਰਹੇ। ਕਿਉਂਕਿ ਜੀਵਨ ਦੇ ਵਿੱਚ ਦੇਖਿਆ, ਇੱਕ ਤਾਂ ਅਸੀਂ ਇਹ ਦੇਖਿਆ ਕਿ ਸਾਡੇ ਬਜ਼ੁਰਗਾਂ ਨੇ ਵੀ ਚਲੋ ਦਾਦਾ ਜੀ ਤਾਂ ਸਾਡੇ ਛੋਟੀ ਉਮਰ 'ਚ ਚੜ੍ਹਾਈ ਸਾਡੀ ਚੁੱਕੋ ਕਰ ਗਏ ਸੀ ਜਦੋਂ ਉਹਨਾਂ ਨਹੀਂ ਮਿਲਿਆ ਗਿਆ, ਪਰ ਦਾਦੀ ਜੀ ਜਿਉਂਦੇ ਸੀ ਅਸੀਂ ਦੇਖਿਆ ਕਿ ਸਾਡੇ ਫਾਦਰ ਸਾਹਿਬ ਉਹਨਾਂ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਕਿ ਸਾਡੀ ਦਾਦੀ ਦਾ ਕੋਈ ਵਚਨ ਨਹੀਂ ਮੋੜਿਆ। ਫਾਦਰ ਸਾਹਿਬ ਇੱਕ ਸ਼ਬਦ ਹੈ ਆਪਾਂ ਕਹਿਣ ਨੂੰ, ਅਸੀਂ ਜਿਵੇਂ ਹੁਣ ਮੈਂ ਤੈਨੂੰ ਉਦਾਹਰਨ ਦੇਣ ਤੇ ਕਹਾਂ ਨਾ ਵੀ ਜਾਂ ਸਾਡੇ ਤਾਇਆ ਜੀ ਜਾਂ ਚਾਚਾ ਜੀ, ਸਾਨੂੰ ਬੜਾ ਸ਼ਬਦ ਹੋਰ ਉਜੇ ਲੱਗਦਾ ਕਿਉਂਕਿ ਬਜ਼ੁਰਗਾਂ ਦਾ ਪਿਆਰ ਹੀ ਸਾਡਿਆਂ ਦਾ ਇੰਨਾ ਸੀ। ਦਾਸ ਨੂੰ ਯਾਦ ਆ ਕਿ ਇੱਕ ਪਰਦੇਸਾਂ ਦੇ ਵਿੱਚ ਅਸੀਂ ਉੱਥੇ ਖੜੇ, ਇੱਕ ਨਵੇਂ ਸ਼ਹਿਰ ਦਾ ਇਨਸਾਨ ਤੇ ਸਾਡੇ ਬਜ਼ੁਰਗ ਹਰਬੰਸ ਸਿੰਘ, ਤੇ ਉਹਨਾਂ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਵੀ ਪਾਪਾ ਜੀ ਤੁਸੀਂ ਜਾਇਓ ਪਰ ਮੱਥਾ ਟੇਕਿਆ ਜੀ? ਕਹਿੰਦੇ ਹਾਂਜੀ। ਥੋੜੇ ਜਿਹੇ ਸਮੇਂ ਬਾਅਦ ਗੁਰਦੇਵ ਸਿੰਘ ਜੀ, ਮੈਂ ਕਿਹਾ ਡੈਡੀ ਜੀ ਤੁਸੀਂ ਮੱਥਾ ਟੇਕਿਆ ਜੀ ਉੱਪਰ ਗੁਰਦੁਆਰਾ ਸਾਹਿਬ? ਕਹਿੰਦੇ ਹਾਂਜੀ ਜਾਏ। ਉਹ ਜਿਹੜਾ ਬੰਦਾ ਮੇਰੇ ਨਾਲ ਹੁਣ ਕੁਦਰਤੀ ਜਾਣਦਾ ਨਹੀਂ ਸੀ, ਕਹਿੰਦਾ ਜੀ ਇਹ ਕੀ ਚੱਕਰ ਆ ਵੀ ਪਾਪਾ ਜੀ ਡੈਡੀ ਜੀ ਵੀ ਤੁਹਾਡੇ ਅਸਲੀ ਬਾਪ ਕੌਣ ਆ? ਹਾਸੇ ਕਿਹੜੇ 'ਚ ਗੱਲ ਚਲੀ ਗਈ। ਮੈਂ ਕਿਹਾ ਭਾਈ ਤੂੰ ਪਹਿਚਾਣ ਲਾ। ਕਹਿੰਦਾ ਨਹੀਂ ਤੁਸੀਂ ਦੱਸ ਦਿਓ। ਮੈਂ ਕਿਹਾ ਗੱਲ ਇਹ ਆ ਵੀ ਹਜੇ ਤਾਂ ਤੈਂ ਦੋ ਦੇਖੇ ਆ, ਦੋ ਭਾਈ ਇੰਡੀਆ ਬੈਠੇ ਆ, ਤੇ ਜੇ ਤੂੰ ਇਹ ਵੀ ਸੋਚੇਗਾ ਕਿ ਮੈਂ ਉਹਨਾਂ ਚੋਂ ਪਹਿਚਾਣ ਲੂੰਗਾ ਤੇਰੇ ਤੋਂ ਨਹੀਂ ਪਹਿਚਾਣੇ ਜਾਣੇ। ਕਹਿੰਦਾ ਕਿਵੇਂ? ਮੈਂ ਕਿਹਾ ਕੁਦਰਤੀ ਗੱਲ ਆ ਵੀ ਜੇ ਕੋਈ ਇੱਕ ਕਿਸੇ ਬੱਚੇ ਨੂੰ ਘੂਰਦਾ ਹੋਵੇ ਜਾਂ ਕੁੱਟਦਾ ਹੋਵੇ ਤੇ ਦੂਜਾ ਕਹਿੰਦਾ ਜੀ ਮੇਰੇ ਮੁੰਡੇ ਨੂੰ ਐਂ ਕਾਹਤੋਂ ਆਖਿਆ? ਮੈਂ ਕਿਹਾ ਸਾਡੇ ਵਾਲੇ ਪਾਸੇ ਕੀ ਹੋਣਾ, ਉਹਨਾਂ ਨੇ ਕਿਹੜਾ ਦੋ ਲਾਏ ਤੇ ਹੋਰ ਜੇ ਵਾਲਾ ਚੰਬਲਿਆ ਤਾਂ ਮੈਂ ਤੈਨੂੰ ਪਤਾ ਫਿਰ ਵੀ ਨਹੀਂ ਲੱਗਣਾ ਵੀ ਕਿਹੜਾ ਕਿਹਦਾ ਬੱਚਾ। ਸੋ ਕਹਿਣ ਤੋਂ ਭਾਵ ਕਿ ਬਜ਼ੁਰਗਾਂ ਦੇ ਵਿੱਚ ਪਿਆਰ ਹੀ ਇੰਨਾ, ਤੇ ਸਾਡੇ ਵਿੱਚ ਕੁਦਰਤੀ ਗੱਲ ਹੈ ਜੀ, ਸੁਭਾਵਿਕ ਉਹ ਆਉਣਾ ਹੀ ਆਉਣਾ ਸੀ। ਅਗਲੀ ਗੱਲ ਕਿ ਜੋ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ, ਸਾਡੇ ਪਹਿਲਾਂ ਸਭ ਤੋਂ ਵੱਡੇ ਜੋ ਦਾਦਾ ਜੀ ਦੇ ਭਰਾ ਬਾਬਾ ਪੂਰਨ ਸਿੰਘ, ਉਹਨਾਂ ਦਾ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰਨ ਭਰੋਸਾ, ਆਪ ਕੀਰਤਨ ਕਰਨਾ, ਮਹਾਰਾਜ ਦੇ ਗੁਣ ਗਾਉਣੇ। ਉਸ ਤੋਂ ਬਾਅਦ ਜੋ ਮੇਰੇ ਫਾਦਰ ਸਾਹਿਬ ਜਾਂ ਸਾਡੇ ਫਾਦਰ ਸਾਹਿਬ 7 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਨਾਨਾ ਜੀ ਇੱਥੇ ਆਏ ਤੇ ਆ ਕੇ ਦੇਖਿਆ, ਕਹਿੰਦੇ ਵੀ ਬਸੰਤ ਕੌਰੇ, ਮੇਰੇ ਦਾਦੀ ਦਾ ਬਸੰਤ ਕੌਰ, ਕਹਿੰਦੇ ਬਸੰਤ ਕੌਰੇ ਵੀ ਕਰਤਾਰ ਸਿੰਘ ਇਕੱਲਾ ਔਖਾ ਹੁੰਦਾ, ਵੀ ਇੱਕ ਮੁੰਡੇ ਨੂੰ ਨਾਲ ਕੰਮ ਤੇ ਲਾ ਲਓ। ਕਹਿੰਦੇ ਚਲੋ ਵੀ ਬਾਕੀ ਤਾਂ ਪੜ੍ਹ ਗਏ, ਥੋੜੇ ਵੱਡੀਆਂ ਕਲਾਸਾਂ ਜੇ ਵੀ ਆਪਾਂ ਕੁਲਵੰਤ ਸਿੰਘ ਨੂੰ ਪੁੱਛ ਲੈਂਦੇ ਹਾਂ। ਫਾਦਰ ਸਾਹਿਬ ਨੂੰ ਪੁੱਛਿਆ, ਚਲੋ ਕੁਦਰਤੀ ਬੱਚੇ ਦਾ ਪਹਿਲਾਂ ਹੁੰਦਾ ਵੀ ਮੈਂ ਤਾਂ ਪੜ੍ਹਨਾ, ਫਿਰ ਪਰਿਵਾਰ ਦੀਆਂ ਕੁਝ ਮਜਬੂਰੀਆਂ ਦਾ ਕਰਕੇ ਚਲੋ ਉਹਨਾਂ ਨੇ ਪੜ੍ਹਾਈ ਛੱਡੀ। 7 ਸਾਲ ਦੀ ਉਮਰ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਮਿਹਨਤ ਕਰਨੀ ਸ਼ੁਰੂ ਕੀਤੀ। 13 ਸਾਲ ਦੇ ਸੀ ਜਦੋਂ ਹਲ ਵਾਹੁਣਾ ਸ਼ੁਰੂ ਕਰ ਦਿੱਤਾ। ਆਪ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਬੈਠੇ ਆ ਜਿਨ੍ਹਾਂ ਨੂੰ ਪਤਾ ਕਿ ਇੱਕ 13 ਸਾਲ ਦੇ ਬੱਚੇ ਨੇ ਹਲ ਵਾਹੁਣਾ ਕਿੰਨੀ ਵੱਡੀ ਗੱਲ ਆ। ਅੱਜ ਤਾਂ ਟਰੈਕਟਰ ਤੇ ਬੈਠਣਾ, ਉਦੋਂ ਪਤਾ ਵੀ ਬਲਦਾਂ ਦੀਆਂ ਖੋਚਾਂ ਦੇ ਵਿੱਚ ਵੀ ਜਾ ਕੇ ਵੱਜਣ ਦਾ ਡਰ ਸੀ। ਸੋ ਮਿਹਨਤ ਜਿਹੜੀ ਬਹੁਤ ਜ਼ਿਆਦਾ ਕੀਤੀ। ਫਿਰ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ, ਥਵਾ ਕੇ ਰੱਖਿਆ।
ਉਦਾਹਰਨ ਇੱਕ ਤੁਹਾਨੂੰ ਮੈਂ ਦੱਸਦਾ ਕਿ ਮੰਨ ਲਓ ਅੱਜ ਕਿਸੇ ਦੀ ਲੜਕੀ ਦਾ ਵਿਆਹ ਹੋਵੇ ਨਾ, ਸਾਡੇ ਘਰ ਦੇ ਵਿੱਚ ਇਹ ਨਹੀਂ ਸੀ ਸਾਨੂੰ ਪਤਾ, ਬਜ਼ੁਰਗ ਹਰਬੰਸ ਸਿੰਘ ਜੀ ਮਨੀਲਾ ਰਹਿ ਰਹੇ ਆ ਤੇ ਪਾਪਾ ਜੀ ਇੱਥੇ। ਮੈਂ ਸ਼ਬਦ ਤੁਹਾਨੂੰ ਸਮਝਾਉਣ ਦੀ ਖਾਤਰ ਵਰਤਦਾ, ਵੈਸੇ ਬੋਲਣ ਜੀ ਨਹੀਂ ਕਰਦਾ, ਕਿ ਮੇਰੇ ਤਾਇਆ ਜੀ ਮੰਨ ਲਓ ਮਨੀਲਾ ਰਹਿ ਰਹੇ ਆ ਤੇ ਪਾਪਾ ਜੀ ਇੱਥੇ ਰਹਿ ਰਹੇ ਆ। ਉਹਨਾਂ ਨੇ ਤਾਇਆ ਹਰਬੰਸ ਸਿੰਘ ਜੀ ਨੂੰ ਇਹ ਫੋਨ ਲਾ ਕੇ ਕਹਿਤਾ ਵੀ ਮੈਂ ਭਾਈ ਤੇਰੀ ਲੜਕੀ ਦਾ ਵਿਆਹ ਬੰਨਤਾ, ਜੇ ਤੇਰੇ ਤੋਂ ਆਇਆ ਜਾਂਦਾ ਤਾਂ ਆ ਜਾ, ਨਹੀਂ ਅਸੀਂ ਕੋਈ ਨਹੀਂ ਹਫ਼ਤੇ ਦੇ ਵਿੱਚ ਕਰ ਦਿਆਂਗੇ। ਤੇ ਜੇ ਤੁਸੀਂ ਅੱਜ ਦੇ ਦੇਖ ਲਓ, ਉਹਨੇ ਕਹਿਣਾ ਯਾਰ ਮੈਨੂੰ ਪੁੱਛਿਆ ਵੀ ਨਹੀਂ, ਮੈਨੂੰ ਦੱਸਿਆ ਵੀ ਨਹੀਂ, ਅੱਛਾ ਵੀ ਮੇਰੀ ਲੜਕੀ ਦਾ ਵਿਆਹ ਕਰਤਾ। ਅੱਛਾ ਉਹਨਾਂ ਨੇ ਕਿਹਾ ਠੀਕ ਹੈ ਵੀ ਬਹੁਤ ਵਧੀਆ ਕੀਤਾ, ਕੋਈ ਨਹੀਂ ਬਾਈ ਤੂੰ ਹੈਗਾ, ਜੇ ਪਹੁੰਚਾਂਗੇ ਤਾਂ ਪਹੁੰਚਾਂਗੇ, ਨਹੀਂ ਜ਼ਰੂਰ ਕੋਈ ਗੱਲ ਨਹੀਂ। ਬਾਅਦ 'ਚ ਲੜਕੇ ਦਾ ਵਿਆਹ ਹੋਇਆ ਇਸੇ ਤਰੀਕੇ ਨਾਲ, ਬਾਅਦ 'ਚ ਮੇਰਾ ਵਿਆਹ ਹੋਇਆ, ਮੈਂ ਮਨੀਲਾ ਸੀ, ਉਹਨਾਂ ਨੇ ਵੀ ਦੱਸਤਾ ਭਾਈ ਵਿਆਹ ਬੰਨਤਾ, ਜੇ ਪਹੁੰਚਿਆ ਤਾਂ ਪਹੁੰਚ ਜਾਣਾ, ਹੀ ਸੀ ਹੈਗੇ ਆ। ਕਹਿਣ ਤੋਂ ਭਾਵ ਕਿ ਪਿਆਰ ਇੰਨਾ ਇੱਕ ਦੂਜੇ 'ਚ ਵੀ ਕਿਸੇ ਦੀ ਕੋਈ ਆਈ ਨਹੀਂ ਵੀ ਕੋਈ ਘਾਟ ਮਹਿਸੂਸ ਹੋਵੇ। ਪਰ ਅੱਜ ਸਾਡੇ ਜੋ ਚਲੇ ਗਏ ਸਾਧ ਸੰਗਤ ਜੀ, ਅੱਜ ਸਾਨੂੰ ਉਹ ਘਾਟ ਬਹੁਤ ਮਹਿਸੂਸ ਹੋ ਰਹੀ ਆ। ਸਾਨੂੰ ਸਭ ਕੁਝ ਸਿੱਖਣ ਤੋਂ ਜੋ ਮੌਕਾ ਮਿਲਿਆ, ਇਹਨਾਂ ਬਜ਼ੁਰਗਾਂ ਤੋਂ ਸਿੱਖਣ ਨੂੰ ਮੌਕਾ ਮਿਲਿਆ ਸਾਧ ਸੰਗਤ ਜੀ, ਇਹਨਾਂ ਦੇ ਪਿਆਰ ਤੋਂ ਸਿੱਖਣ ਨੂੰ ਸਾਨੂੰ ਮੌਕਾ ਮਿਲਿਆ। ਸੋ ਆਪ ਮਹਾਰਾਜ ਜੀ ਕੀ ਅਰਦਾਸ ਬੇਨਤੀ ਕਰਿਓ ਕਿ ਵੀ ਸਾਡੇ ਵਿੱਚ ਸਾਰੇ ਵਿੱਚ ਜਿਹੜਾ ਪਿਆਰ ਹੈ ਬਣਿਆ ਰਵੇ ਜੀ। ਦੂਜੀ ਗੱਲ, ਕਈ ਵਾਰੀ ਕੀ ਹੁੰਦਾ ਨਾ ਕਿ ਅਸੀਂ ਇਨਸਾਨ ਨੂੰ ਅੰਡਰ ਐਸਟੀਮੇਟ ਲੈ ਲੈਂਦੇ ਹਾਂ। ਆਮ ਆਪਾਂ ਕਹਿ ਦਿੰਦੇ ਜੀ ਉਹ ਪੜ੍ਹੇ ਘੱਟ ਸੀ। ਹੈਰਾਨੀ ਦੀ ਗੱਲ ਉਦੋਂ ਹੁੰਦੀ ਸੀ ਕਿ ਜਦੋਂ ਸਾਨੂੰ ਕਹਿੰਦੇ ਵੀ ਪਹਾੜੇ ਸੁਣਾਓ, ਅਸੀਂ 7ਵੇਂ 8ਵੇਂ ਦੇ ਪਹਾੜੇ ਤੇ ਹੀ ਉਲਝ ਗਏ ਤੇ ਉਹ ਸਾਡੇ ਦੂਜੀ ਪਾਸ ਵੀ ਨਹੀਂ ਸੀ ਕੀਤੇ। ਕਹਿੰਦੇ ਜੇ ਤੁਹਾਨੂੰ ਆ ਨਹੀਂ ਆਉਂਦੇ, ਤੁਹਾਨੂੰ ਪੌਣੇ ਦਾ ਪਹਾੜਾ ਕਦੋਂ ਆਊਗਾ, ਸਵੇ ਦਾ ਕਦੋਂ ਆਊਗਾ, 2.5 ਦਾ ਕਦੋਂ ਆਊਗਾ। ਅਸੀਂ ਕਹੇ ਕਿਹੜੇ ਪਹਾੜੇ ਹੁੰਦੇ ਆ ਜੀ, ਉਹ ਜਿਉਂ ਲੱਗੇ ਕਹਿੰਦੇ 1 ਪੌਣਾ, ਪੌਣਾ 2 ਪੌਣੇ, 1.5 3 ਪੌਣੇ, 2.25 ਇਸ ਤਰੀਕੇ ਨਾਲ। ਸੋ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੀ ਕਿ ਇਕੱਲੀ ਅੱਖਰੀ ਪੜ੍ਹਾਈ, ਜਿਹੜੀ ਉਹਨਾਂ ਦਾ ਤਜਰਬਾ ਸੀ, ਇੱਕ ਸਾਰੇ ਪਰਿਵਾਰ ਨੂੰ ਇਕੱਠੇ ਨੂੰ ਬੰਨ੍ਹ ਕੇ ਰੱਖਣਾ, ਇਹ ਬਹੁਤ ਵੱਡੀ ਗੱਲ ਸੀ। ਸਾਰੀ ਕਬੀਲਦਾਰੀ ਨੂੰ ਆਪ ਨਜਿੱਠਣਾ, ਨਿਬੇੜਨਾ। ਫਿਰ ਇੱਥੋਂ ਤੱਕ ਕਿ ਜਿੰਨੇ ਇੱਥੇ ਸਾਡੇ ਕੋਈ ਰਿਸ਼ਤੇਦਾਰ ਮਿੱਤਰ, ਉਹਨਾਂ ਨੂੰ ਬਹੁਤ ਸਾਰੇ ਪਰਿਵਾਰਾਂ ਨੂੰ ਸੈੱਟ ਕੀਤਾ, ਕਹਿੰਦੇ ਚਲੋ ਭਾਈ ਇਹਨੂੰ ਬਾਹਰ ਲੈ ਜਾਓ। ਔਰ ਜੋ ਸਾਡੇ ਦੂਜੇ ਬਜ਼ੁਰਗ ਆ ਵੀ ਜਵਾਬ ਨਹੀਂ ਸੀ ਦਿੰਦੇ ਵੀ ਸਾਡੇ ਭਰਾ ਨੇ ਆਖਿਆ। ਬਹੁਤ ਸਾਰੇ ਪਰਿਵਾਰ ਮਹਾਰਾਜ ਦੀ ਕਿਰਪਾ ਸਦਕਾ ਸੈੱਟ ਹੋਏ। ਅਸੀਂ ਤਾਂ ਸਾਧ ਸੰਗਤ ਜੀ ਦੇਣ ਨਹੀਂ ਦੇ ਸਕਦੇ ਆਪਦੇ ਬਜ਼ੁਰਗਾਂ ਦਾ, ਜਿੰਨੀ ਉਹਨਾਂ ਨੇ ਮਿਹਨਤ ਕੀਤੀ। ਸੋ ਸਾਧ ਸੰਗਤ ਜੀ, ਆਪ ਸੰਗਤ ਮਹਾਰਾਜ ਜੀ ਦੀ ਅਰਦਾਸ ਬੇਨਤੀ ਕਰਿਓ ਕਿ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਬਣਿਆ ਰਹੇ ਮਹਾਰਾਜ ਜੀ ਦਾ, ਸਾਡੇ ਥਵਾਕ ਰਵੇ, ਸਾਡੇ 'ਚ ਪਿਆਰ ਰਵੇ। ਅਸੀਂ ਜੋ ਬਜ਼ੁਰਗਾਂ ਦੇ ਅਸੂਲ ਆ ਉਹਨਾਂ ਤੇ ਅਸੀਂ ਚੱਲ ਸਕੀਏ ਜੀ, ਉਹਨਾਂ ਦੇ ਪਾਏ ਹੋਏ ਪੂਰਨੇ ਤੇ ਚੱਲ ਸਕੀਏ। ਦਾਸ ਤੋਂ ਇੰਨਾ ਕੁਝ ਬੋਲਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ ਜੀ। ਆਪ ਸਾਧ ਸੰਗਤ ਜੀ ਬਖਸ਼ਣ ਜੋਗੋ ਬਖਸ਼ ਲੈਣਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਲੈਣ। ਆਓ ਸਾਧ ਸੰਗਤ ਜੀ 5 ਵਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਉਸ ਤੋਂ ਬਾਅਦ ਆਪਾਂ ਫਤਿਹ ਤੋਂ ਜਾਪ ਫਤਿਹ ਵਿੱਚ ਬੁਲਾਵਾਂਗੇ। ਪਹਿਲਾਂ ਦਾਸ ਬੋਲੇਗਾ, ਫਿਰ ਸਾਰੀ ਸੰਗਤ ਬੋਲੇਗੀ। ਪਰ ਇਹ ਨਾ ਹੋਵੇ ਕਿ ਦਿਮਾਗ ਕਿਤੇ ਹੋਰ ਤੁਰਿਆ ਫਿਰਦਾ ਹੋਵੇ, ਜੀਭ ਇਕੱਲੀ ਬੋਲੀ ਜਾਵੇ, ਮਹਾਰਾਜ ਦੀ ਹਜ਼ੂਰੀ 'ਚ ਵੀ ਬੈਠੇ ਹੋਈਏ। ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਜੇਵਾ ਵੀ ਬੋਲਦੀ ਹੋਵੇ, ਅੰਦਰੋਂ ਵੀ ਤੁਹਾਡਾ ਮਨ ਸੰਤੁਸ਼ਟ ਹੋਵੇ ਕਿ ਜਿਹੜੇ ਅਸੀਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਮੈਨੂੰ ਗੱਲ ਦੇ ਵਿੱਚ ਗੱਲ ਕਰਨੀ ਪੈਣੀ ਆ। ਕਈਆਂ ਦੇ ਚਿੱਤ ਸੋਚਣਾ ਵੀ ਮੰਦਰ ਨੂੰ ਵੀ ਪੈਸੇ ਸੇਵਾ ਦਿੱਤੀ ਆ, ਮਸਜਿਦ ਨੂੰ ਵੀ ਦਿੱਤੀ ਆ, ਆਮ ਹੀ ਸੁਭਾਅ। ਹਾਂਜੀ, ਵੀ ਆਮ ਹੀ ਸੁਭਾਅ ਵੀ ਲੋਕਾਂ ਨੇ ਕਹਿਣਾ ਵੀ ਇੱਧਰ ਵੀ। ਤੁਸੀਂ ਇਹ ਦੇਖੋ ਵੀ ਜਿਸ ਦਿਨ ਸਾਡੇ ਫਾਦਰ ਸਾਹਿਬ ਖੇਤ ਪਏ ਸੀ ਮੰਜੇ ਤੇ, ਉਹ ਜਿਹੜੀ ਬਾਈ ਜੀ ਉਹਨੇ ਦੱਸ ਕੇ ਗਿਆ ਵੀ ਸਰਪੰਚੀ ਦੀ ਜ਼ਿੰਮੇਵਾਰੀ ਉਹ ਲੈ ਕੇ ਖੁਸ਼ ਨਹੀਂ ਸੀ। ਪਰ ਤੁਸੀਂ ਇਹ ਦੇਖੋ ਵੀ ਜਿੱਥੇ ਉਹਨਾਂ ਦਾ ਨਾਮ ਆਇਆ ਉੱਥੇ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਵੀ ਜਾਂ ਇਹ ਆ ਜਾਂ ਇਹ ਆ। ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ। ਸੋ ਸਾਧ ਸੰਗਤ ਜੀ, ਸੋ ਸਾਡਾ ਵੀ ਜਿਹੜਾ ਕੁਦਰਤੀ ਗੱਲ ਹੈ ਫਰਜ਼ ਬਣਦਾ, ਜਦੋਂ ਉਹਨਾਂ ਨੇ ਕਿਸੇ ਨਾਲ ਕੋਈ ਰੱਖਿਆ ਨਹੀਂ ਪੱਖ। ਇੱਥੇ ਮੈਂ ਇੱਕ ਗੱਲ ਕਰ ਜਾ, ਧਰਮ ਕੋਈ ਵੀ ਨਹੀਂ ਮਾੜਾ। ਅਸੀਂ ਜਿਹੜੇ ਧਰਮ ਦੇ ਆਗੂ ਆ ਨਾ, ਉਹ ਕਈ ਵਾਰੀ ਲੜਾ ਜਾਂਦੇ ਵਿੱਚ।
ਤੁਸੀਂ ਮੰਨ ਲਓ ਵੀ ਸਾਡੇ ਫਾਦਰ ਸਾਹਿਬ ਦਾ ਨਾਮ ਕੁਲਵੰਤ ਸਿੰਘ ਆ, ਅਸੀਂ ਉਹਨਾਂ ਨੂੰ ਪਾਪਾ ਜੀ ਕਹਿ ਕੇ ਬੁਲਾਉਂਦੇ ਆ। ਦਾਦੀ ਮੇਰੀ ਉਹਨਾਂ ਦਾ ਕੋਈ ਹੋਰ ਨਾਂ ਪਿਆਰਾ ਨਾਂ ਬੱਚੇ ਦਾ ਰੱਖਿਆ ਹੁੰਦਾ ਉਹ ਲੈ ਕੇ ਬੁਲਾਉਂਦੀ ਸੀ, ਯਾਰ ਦੋਸਤ ਕੋਈ ਹੋਰ ਨਾਂ ਲੈ ਕੇ ਬੁਲਾਉਂਦੇ ਹੋਣੇ ਆ, ਪਰ ਇਨਸਾਨ ਤਾਂ ਉਹ ਇੱਕ ਸੀ ਨਾ। ਪਰਮਾਤਮਾ ਇੱਕ ਹੀ ਆ, ਨਾ ਆਪਣੇ ਅੱਡੋ ਅੱਡੀ ਰੱਖਿਆ, ਲੜਨ ਦੀ ਲੋੜ ਨਹੀਂ। ਸੋ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਜਦੋਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ ਤਾਂ ਸਾਡਾ ਵੀ ਫਰਜ਼ ਬਣਦਾ ਸੀ ਸਾਰਿਆਂ ਦਾ ਸਤਿਕਾਰ ਕਰੀਏ ਜੀ। ਔਰ ਅਗਲੀ ਬੇਨਤੀ ਕਿ ਫਾਦਰ ਸਾਹਿਬ ਦਾ ਇੱਕ ਸੁਪਨਾ ਸੀ, ਉਹ ਕਹਿੰਦੇ ਸੀ ਨਾ ਵੀ ਮੇਰੀ ਪੜ੍ਹਾਈ ਘੱਟ ਹੋਈ ਹੈ, ਤੇ ਕਹਿੰਦੇ ਕੋਸ਼ਿਸ਼ ਕਰਿਓ ਵੀ ਜੇ ਕਿਸੇ ਗਰੀਬ ਦਾ ਬੱਚਾ ਪੜ੍ਹਨਾ ਚਾਹੁੰਦਾ ਹੋਇਆ ਨਾ ਤੇ ਉਹਨੂੰ ਜ਼ਰੂਰ ਪੜ੍ਹਾਇਓ। ਸੋ ਸਾਧ ਸੰਗਤ ਜੀ, ਸੋ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਸਾਰੇ ਪਰਿਵਾਰ ਨੇ ਰਲ ਕੇ ਕਿ ਇੱਕ ਟਰਸਟ ਬਣਾ ਰਹੇ ਹਾਂ ਜੀ, ਬਾਬਾ ਵੀਰ ਸਿੰਘ ਟਰਸਟ। ਉਹਦੇ ਵਿੱਚ ਜਿਵੇਂ ਹੁਣ ਆਪਣੇ ਸਰਕਾਰੀ ਸਕੂਲ ਆ ਜੀ, ਪੜ੍ਹਾਈ ਤਾਂ ਪਹਿਲਾਂ ਆਪਾਂ ਸਾਰੇ ਬਹੁਤ ਸਾਰਿਆਂ ਨੇ ਸਰਕਾਰੀ ਸਕੂਲਾਂ 'ਚ ਕੀਤੀ ਆ, ਪਰ ਹੁਣ ਟੀਚਰਾਂ ਦੀ ਘਾਟ ਕਰਕੇ ਜਾਂ ਪ੍ਰਾਈਵੇਟ ਸਕੂਲ 'ਚ ਜਾਣ ਲੱਗ ਗਏ। ਸੋ ਜਿਹੜੀ ਉਹ ਟਰਸਟ ਆ ਜੀ ਸਾਡਾ, ਉਹ ਜਿਹੜੇ ਟੀਚਰਾਂ ਦੀ ਘਾਟ ਪੂਰੀ ਕਰੂਗਾ, ਜਿਹੜੇ ਆਪਣੇ ਨਿਹਾਲ ਸਿੰਘ ਵਾਲੇ ਦੇ ਪਿੰਡ ਦੇ ਵਿੱਚ ਪਹਿਲੋਂ, ਨਾਲੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ, ਨਾਲੇ ਬੱਚਿਆਂ ਨੂੰ ਜਿਹੜੀ ਪੜ੍ਹਾਈ ਦੀ ਲੋੜ ਨੂੰ ਪੜ੍ਹਾਈ ਮਿਲੇਗੀ। ਬਾਕੀ ਕਿਰਪਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਨ ਸਿਰ ਤੇ ਮਿਹਰ ਭਰੇ ਹੱਥ ਰੱਖਣ ਤਾਂ ਹੀ ਕਾਮਯਾਬ ਹੋ ਸਕਦੇ ਹਾਂ। ਸੋ ਸਾਧ ਸੰਗਤ ਜੀ, ਇਹ ਸੀ ਜ਼ਰੂਰੀ ਬੇਨਤੀਆਂ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹੋ ਜੀ। ਦਾਸ ਤੋਂ ਇੰਨਾ ਕੁਝ ਬੋਲਦੇ ਆ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ। ਆਪ ਜੀ ਬਖਸ਼ਣਯੋਗ ਬਖਸ਼ ਲੈਣਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਲੈਣ। ਆਓ 5 ਵਾਰ ਸਤਿਨਾਮ ਸ਼ਿਵ ਦਾ ਜਾਪ ਤੇ ਉਸ ਤੋਂ ਬਾਅਦ ਆਪਾਂ ਫਤਿਹ ਬੁਲਾਵਾਂਗੇ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਸਥਾਵਾਂ ਨੂੰ ਬੇਨਤੀ ਹੈ ਜੀ ਕਿ ਜੋ ਮਹਾਰਾਜ ਨੇ ਕਿਰਪਾ ਕੀਤੀ ਆ, ਜੋ ਸੇਵਾ ਬਖਸ਼ੀ ਆ, ਸੋ ਉਹ ਸੇਵਾ ਲੈ ਜਾਣ ਜੀ। ਉਧਰੋਂ ਬੇਨਤੀ ਆ ਸਿੰਘਾਂ ਨੂੰ ਕਿ ਉਹ ਪ੍ਰਸ਼ਾਦ ਵਰਤਾਉਣ ਜੀ। ਹਾਂਜੀ, ਸਮੂਹ ਸਾਧ ਸੰਗਤ ਨੂੰ ਬੇਨਤੀ ਆ। ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਤਿਆਰ ਹੈ, ਛਕਿਆ ਹੈ ਜੀ, ਪਰ ਜਿਹੜੇ ਵੀਰ ਭੈਣ ਨੂੰ ਕੋਈ ਰਹਿੰਦੇ ਆ, ਸਾਰੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਛਕ ਕੇ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬੇਨਤੀ ਰਹਿ ਗਈ ਸੀ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸਾਨ ਸੰਘਰਸ਼ ਹੈ ਜਿਹੜਾ ਉਹ ਦਿੱਲੀ ਵਿਖੇ ਚੱਲ ਰਿਹਾ। ਪਰਿਵਾਰ ਵੱਲੋਂ ਬੇਨਤੀ ਆ ਔਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ 5100 ਰੁਪਏ ਦੀ ਭੇਟਾ ਜਿਹੜੀ ਉਹਨਾਂ ਨੇ ਦਿੱਤੀ ਹੈ। ਔਰ ਇਸ ਤੋਂ ਇਲਾਵਾ ਜਿੰਨੇ ਵੀ ਪ੍ਰੈਸ ਵਾਲੇ, ਮੀਡੀਆ ਵਾਲੇ, ਪੱਤਰਕਾਰ ਸਹਿਬਾਨ ਆਏ ਆ, ਉਹਨਾਂ ਦਾ ਵੀ ਧੰਨਵਾਦ ਕਰਨ ਵਾਲਾ ਰਹਿ ਗਿਆ ਸੀਗਾ।
ਮੈਂ ਹੁਣ ਕੱਲੇ ਦਾ ਨਾਮ ਬੋਲਣ ਦੀ ਬਜਾਏ ਸਮੁੱਚੇ ਰੂਪ ਵਿੱਚ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੇ ਹੀ ਸਾਰੀ ਸਹੀ ਖਬਰ ਆ ਜਿਹੜੀ ਹੋ ਕੇ ਦੇਣੀ ਹੁੰਦੀ ਹੈ। ਸਮੂਹ ਸੰਗਤ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਜਿਵੇਂ ਭਾਈ ਰਣਜੀਤ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ ਗਏ ਆ ਵੀ ਚਾਹ ਪਾਣੀ ਔਰ ਪ੍ਰਸ਼ਾਦੇ ਦਾ ਲੰਗਰ ਤਿਆਰ ਹੈ, ਸਭ ਨੇ ਛਕ ਕੇ ਜਾਣਾ ਤੇ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਡੀਆਂ ਰੋੜਾਂਗੇ।